ਉਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ, ਜਿਹਦੇ 'ਚ ਪਹਿਲਾਂ ਮੈਂ ਕੁਝ ਕ੍ਰਾਈਮ ਦਾ ਡਾਟਾ ਸ਼ੇਅਰ ਕਰਾਂਗਾ ਜਿਹੜੇ ਕਿ ਮੇਨ ਫੋਕਸ ਜਿਹਦੇ 'ਤੇ ਹੁੰਦਾ, ਜਿਹੜਾ ਕਿ ਹੀਨਸ ਕ੍ਰਾਈਮ ਦਾ ਡਾਟਾ ਹੈ। ਉਹਦੇ 'ਚ ਮਰਡਰ ਦੇ ਜਿਹੜੇ ਕੇਸਿਸ ਨੇ ਪੰਜਾਬ ਦੇ ਵਿੱਚ, ਉਹਦੇ 'ਚ ਕਾਫੀ ਗਿਰਾਵਟ ਆਈ ਆ। 2021 ਦੇ ਵਿੱਚ 723 ਕੇਸ ਦਰਜ ਹੋਏ ਸੀ ਮਰਡਰ ਦੇ, ਜਿਹੜੇ ਕਿ 2022 ਦੇ ਵਿੱਚ 656 ਕੇਸ ਦਰਜ ਹੋਏ ਆ ਮਰਡਰ ਦੇ। ਇਸੇ ਤਰ੍ਹਾਂ ਅਟੈਂਪਟ ਟੂ ਮਰਡਰ ਦੇ ਜਿਹੜੇ 2021 ਦੇ ਵਿੱਚ 926 ਕੇਸ ਦਰਜ ਹੋਏ ਸੀ ਔਰ 2022 ਦੇ ਵਿੱਚ 910 ਕੇਸ ਦਰਜ ਹੋਏ ਆ। ਕਿਡਨੈਪਿੰਗ ਦੇ ਜਿਹੜੇ ਆ 2021 ਦੇ ਵਿੱਚ 1787 ਕੇਸ ਦਰਜ ਹੋਏ ਸੀ ਔਰ 2022 ਦੇ ਵਿੱਚ 1651 ਕੇਸ ਦਰਜ ਹੋਏ ਆ। ਸੋ ਮਰਡਰ ਦੇ ਕੇਸਿਸ ਦੇ ਵਿੱਚ 67 ਕੇਸਿਸ ਦੀ ਗਿਰਾਵਟ ਆਈ ਆ, ਘੱਟ ਜਿਹੜੇ ਆ ਉਹ ਮਰਡਰ ਹੋਏ ਆ 2022 ਦੇ ਵਿੱਚ। ਇਸੇ ਤਰ੍ਹਾਂ ਅਟੈਂਪਟ ਟੂ ਮਰਡਰ ਜਿਹਨੂੰ 307 ਦੇ ਵਿੱਚ ਆਪਾਂ ਦਰਜ ਕਰਦੇ ਆ, ਉਹਦੇ 'ਚ 16 ਕੇਸ ਘੱਟ ਦਰਜ ਹੋਏ ਆ ਔਰ ਕਿਡਨੈਪਿੰਗ ਤੇ ਐਂਡ ਅਬਡਕਸ਼ਨ ਦੇ ਜਿਹੜੇ ਨੇ 136 ਕੇਸ ਜਿਹੜੇ ਆ ਘੱਟ ਦਰਜ ਹੋਏ ਆ। ਸਿਮਿਲਰਲੀ NDPS ਐਕਟ ਦੇ ਜਿਹੜੇ ਕੇਸ ਆ ਉਹਦੇ 'ਚ ਕਾਫੀ ਵਾਧਾ ਹੋਇਆ। 12202 ਕੇਸ ਦਰਜ ਹੋਏ ਆ, ਜਿਹੜੇ ਕਿ ਪਿਛਲੇ ਸਾਲ 9972 ਕੇਸ ਦਰਜ ਹੋਏ ਸੀ। ਸੋ NDPS ਐਕਟ ਦੇ ਕੇਸਾਂ ਦੇ ਵਿੱਚ 2230 ਕੇਸਾਂ ਦਾ ਜਿਹੜਾ ਵਾਧਾ ਹੋਇਆ ਹੈ, ਉਹ ਬਿਕੋਜ਼ ਆਫ ਮੋਰ ਇਨਫੋਰਸਮੈਂਟ ਤੇ ਜਿਹੜੀ ਇਫੈਕਟਿਵ ਰਿਕਵਰੀ ਹੋਈ ਹੈ ਪੰਜਾਬ ਦੇ ਵਿੱਚ। ਸਿਮਿਲਰਲੀ ਜਿਹੜਾ ਸਾਡਾ ਇੱਕ ਸਪੈਸ਼ਲਾਈਜ਼ਡ ਵਿੰਗ ਬਣਿਆ ਹੈ ਇੰਟਰਨਲ ਸਿਕਿਉਰਿਟੀ ਦਾ ਐਂਡ ਕਾਊਂਟਰ ਇੰਟੈਲੀਜੈਂਸ ਦਾ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ 2022 ਦੇ ਵਿੱਚ। ਜਿਹੜਾ ਟੈਰਰਿਸਟ ਦੇ ਅਗੇਂਸਟ ਪੰਜਾਬ ਪੁਲਿਸ ਨੇ ਐਕਟ ਕੀਤਾ, ਉਹਦੇ ਵਿੱਚ 18 ਮੋਡਿਊਲਸ ਬਸਟ ਕੀਤੇ ਆ ਟੈਰਰਿਸਟ ਦੇ, ਜਿਹਦੇ 'ਚ 119 ਜਿਹੜੇ ਨੇ ਟੈਰਰਿਸਟ ਪਬਲਿਕ ਐਂਟੀ ਨੈਸ਼ਨਲ ਐਲੀਮੈਂਟਸ ਜਿਹੜੇ ਨੇ ਜਿਨ੍ਹਾਂ ਨੂੰ ਅਰੈਸਟ ਕੀਤਾ। 119 ਟੈਰਰਿਸਟ ਫੜੇ ਆ ਜਿਹੜੇ, ਔਰ 43 ਰਾਈਫਲਸ ਜਿਹੜੀਆਂ ਨੇ ਉਹ ਸੀਜ਼ ਕੀਤੀਆਂ, ਜਿਹਦੇ ਵਿੱਚ AKs ਵੀ ਆ, MP5 ਆ, MP9 ਆ ਔਰ .315 ਬੋਰ ਦੀਆਂ ਰਾਈਫਲਸ ਆ। 13 ਟਿਫਨ IDs ਜਿਹੜੇ ਨੇ ਉਹ ਸੀਜ਼ ਕੀਤੇ ਗਏ ਆ। 220 ਪਿਸਟਲ ਓਬਲੀਕ ਰਿਵਾਲਵਰ ਜਿਹੜੇ ਨੇ ਉਹ ਫੜੇ ਗਏ ਇਸ ਟਾਈਮ ਦੇ ਦੌਰਾਨ। ਔਰ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ RDX ਆ, 24 ਕਿਲੋ 400 ਗ੍ਰਾਮ ਜਿਹੜਾ RDX ਆ, ਉਹ ਸਾਡਾ ਜਿਹੜਾ ਇੰਟਰਨਲ ਸਿਕਿਉਰਿਟੀ ਵਿੰਗ ਆ ਉਹਨਾਂ ਨੇ ਇਹ ਫੜਿਆ ਵਾ, ਜਿਹਦੇ ਨਾਲ ਬਹੁਤ ਕਾਫੀ ਸਾਰੇ ਜਿਹੜੇ ਵੱਡੇ ਇੰਸੀਡੈਂਟਸ ਜਿਹੜੇ ਪ੍ਰੀਵੈਂਟ ਹੋਏ ਆ ਬਿਕੋਜ਼ ਆਫ ਦਿਸ। ਉਸ ਤੋਂ ਬਾਅਦ ਡਰੋਨਸ ਜਿਹੜੇ ਨੇ ਉਹ ਇਸ ਸਾਲ ਜਿਹੜੀਆਂ ਨੇ 244 ਸਾਈਟਿੰਗਸ ਜਿਹੜੀਆਂ ਨੇ ਡਰੋਨਸ ਦੀਆਂ ਦੇਖੀਆਂ ਗਈਆਂ, ਜਿਹਦੇ 'ਚੋਂ 23 ਡਰੋਨ ਜਿਹੜੇ ਆ ਉਹ ਮਾਰ ਗਿਰਾਏ ਗਏ ਆ BSF ਵੱਲੋਂ, ਜਿਹਦੇ ਵਿੱਚ ਪੰਜਾਬ ਪੁਲਿਸ ਦੇ ਨਾਲ ਐਕਟਿਵਲੀ ਕੋਆਰਡੀਨੇਸ਼ਨ ਦੇ ਵਿੱਚ ਜਿਹੜਾ ਵਾ ਜੁਆਇੰਟ ਆਪਰੇਸ਼ਨ ਜਿਹੜੇ ਕੀਤੇ ਗਏ ਆ BSF ਵੱਲੋਂ ਜੁਆਇੰਟਲੀ। ਸਿਮਿਲਰਲੀ ਇਸ ਸਾਲ ਦੇ ਵਿੱਚ 6 ਅਪ੍ਰੈਲ 2022 ਦੇ ਵਿੱਚ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਗਈ ਸੀ, ਜਿਹਦੇ ਵਿੱਚ ਇੱਕ ADGP ਲੈਵਲ ਦੇ ਆਫੀਸਰ ਨੂੰ ਇਹ ਜਿਹੜੇ ਹੈੱਡ ਕਰਦੇ ਆ ਜਿਹੜੇ ਇਸ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ। ਉਸ ਟਾਸਕ ਫੋਰਸ ਦਾ ਜਿਹੜਾ ਮੇਨ ਮੰਤਵ ਸੀਗਾ ਉਹ ਗੈਂਗਸਟਰਸ ਦੇ ਖਿਲਾਫ ਐਕਸ਼ਨ ਲੈਣਾ ਸੀਗਾ, ਔਰ ਉਹਨਾਂ ਨੇ ਡਿਸਟ੍ਰਿਕਟ ਪੁਲਿਸ ਦੇ ਨਾਲ ਮਿਲ ਕੇ ਕਾਫੀ ਵੱਡੇ ਆਪਰੇਸ਼ਨਸ ਵੀ ਕੀਤੇ ਔਰ ਬਹੁਤ ਸਾਰੇ ਗੈਂਗਸਟਰਸ ਨੂੰ ਫੜਿਆ, ਜਿਹਦੇ 'ਚ ਟੋਟਲ ਜਿਹੜੇ ਨੇ 428 ਹਾਰਡਕੋਰ ਜਿਹੜੇ ਕ੍ਰਿਮੀਨਲਸ ਆ, ਗੈਂਗਸਟਰਸ ਆ, ਉਹ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕੋਆਰਡੀਨੇਸ਼ਨ ਵਿਦ ਡਿਸਟ੍ਰਿਕਟ ਪੁਲਿਸ ਫੜੇ ਆ, ਜਿਹਦੇ ਤੋਂ 112 ਜਿਹੜੇ ਨੇ ਉਹ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਫੜੇ ਆ ਔਰ 316 ਜਿਹੜੇ ਨੇ ਉਹ ਡਿਸਟ੍ਰਿਕਟ ਪੁਲਿਸ ਨੇ ਫੜੇ ਆ। 2 ਗੈਂਗਸਟਰ ਜਿਹੜੇ ਨੇ ਜਿਹੜੇ ਕਿ ਇੱਕ ਬਹੁਤ ਵੱਡੇ ਕ੍ਰਾਈਮ ਦੇ ਵਿੱਚ ਇਨਵੋਲਵ ਸੀਗੇ, ਉਹਨਾਂ ਨੂੰ ਇਸ ਸਮੇਂ ਦੇ ਦੌਰਾਨ ਨਿਊਟਰਲਾਈਜ਼ ਕੀਤਾ ਗਿਆ। 34 ਜਿਹੜੇ ਨੇ ਮੋਡਿਊਲਸ ਬਸਟ ਕੀਤੇ ਗਏ ਡਿਸਟ੍ਰਿਕਟ ਜਿਹੜੇ AGTF ਵੱਲੋਂ ਔਰ 77 ਮੋਡਿਊਲ ਜਿਹੜੇ ਬਸਟ ਕੀਤੇ ਗਏ ਡਿਸਟ੍ਰਿਕਟ ਪੁਲਿਸ ਵੱਲੋਂ। ਸੋ ਟੋਟਲ 111 ਮੋਡਿਊਲਸ ਗੈਂਗਸਟਰ ਦੇ ਬਸਟ ਕੀਤੇ ਗਏ, ਜਿਹਦੇ 'ਚ 428 ਗੈਂਗਸਟਰ ਜਿਹੜੇ ਨੇ ਅਰੈਸਟ ਹੋਏ। ਇਹਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਜਿਹੜੇ ਵੈਪਨ ਰਿਕਵਰ ਕੀਤੇ ਗਏ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ, ਜਿਹਦੇ ਵਿੱਚ ਟੋਟਲ 411 ਵੈਪਨ ਰਿਕਵਰ ਕੀਤੇ, ਜਿਸ 'ਚੋਂ 394 ਰਿਵਾਲਵਰ ਓਬਲੀਕ ਪਿਸਟਲਸ ਨੇ ਔਰ 17 ਜਿਹੜੀਆਂ ਨੇ ਉਹ ਰਾਈਫਲਸ ਫੜੀਆਂ ਗਈਆਂ। ਵਹੀਕਲਸ 97 ਰਿਕਵਰ ਕੀਤੇ ਔਰ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇਹਦੇ ਨਾਲ 44 ਕਿਲੋਗ੍ਰਾਮ ਜਿਹੜੀ ਹੈ ਹੈਰੋਇਨ ਵੀ ਰਿਕਵਰ ਕੀਤੀ ਔਰ 1 ਕਰੋੜ 30 ਲੱਖ ਦੀ ਜਿਹੜੀ ਹੈ ਡਰੱਗ ਮਨੀ ਰਿਕਵਰ ਕੀਤੀ ਗਈ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ। ਫਿਰ ਜਿਹੜਾ ਡਰੱਗਸ ਦੇ ਖਿਲਾਫ ਆਪਾਂ ਸਪੈਸ਼ਲ ਕੈਂਪੇਨ ਚਲਾਇਆ, ਜਿਹੜਾ ਉਹਦੇ ਵਿੱਚ ਸਾਰਿਆਂ ਨੇ ਜ਼ਿਲ੍ਹਾ ਪੁਲਿਸ, STF, SSOC ਜਿਹੜੇ ਸਪੈਸ਼ਲਾਈਜ਼ਡ ਵਿੰਗਸ ਆ ਉਹਨਾਂ ਨੇ ਕਾਫੀ ਵਧੀਆ ਕੰਮ ਕੀਤਾ, ਜਿਹਦੇ 'ਚ ਟੋਟਲ 12,000
22 ਜਿਹੜੀਆਂ FIR ਜਿੱਦਾਂ मैं दस्या दर्ज कीतियां गई और 16,798 ਜਿਹੜੇ ਨੇ ਉਹ टोटल अक्यूज़ड ड्रग्स के अक्यूज़ अरेस्ट किए गए जिहदे चों 1374 कमर्शियल क्वांटिटी दी FIR ने और 2316 ਜਿਹੜੇ ਨੇ ਵੱਡੇ ਸਮਗਲਰ ਅਰੈਸਟ ਕੀਤੇ ਗਏ। ਇਸੇ ਤਰ੍ਹਾਂ ਮੀਡੀਅਮ ਤੇ 2316 2316 ਸਭ ਤੋਂ ਵੱਧ ਜਿਹੜੀਆਂ FIR ਦਰਜ ਹੋਈਆਂ NDPS ਐਕਟ ਦੇ ਵਿੱਚ ਉਹ ਅੰਮ੍ਰਿਤਸਰ ਕਮਿਸ਼ਨਰੇਟ ਦਰਜ ਹੋਈਆਂ 785 FIR, ਫਿਰੋਜ਼ਪੁਰ ਦੇ ਵਿੱਚ ਵੀ 785 FIR ਦਰਜ ਹੋਈਆਂ और लुधियाना कमिश्नरेट ਦੇ ਵਿੱਚ 670 FIR ਦਰਜ ਹੋਈਆਂ। कमर्शियल क्वांटिटी ਦੀਆਂ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਸਭ ਤੋਂ ਵੱਧ 112 FIR STF ਵੱਲੋਂ ਦਰਜ ਕੀਤੀਆਂ ਗਈਆਂ, 109 ਬਠਿੰਡਾ ਪੁਲਿਸ ਵੱਲੋਂ ਕੀਤੀਆਂ ਗਈਆਂ ਤੇ 102 ਜਿਹੜੀਆਂ ਨੇ ਉਹ ਪਟਿਆਲਾ ਪੁਲਿਸ ਵੱਲੋਂ ਕੀਤੀਆਂ ਗਈਆਂ। ਜਿਹੜੀ ਡਰੱਗਸ ਦੀ ਰਿਕਵਰੀ ਹੋਈ ਸਾਰੇ ਪੰਜਾਬ ਦੇ ਵਿੱਚ ਉਹ ਟੋਟਲ ਜਿਹੜੀ ਹੈਰੋਇਨ ਦੀ ਰਿਕਵਰੀ ਆ ਉਹ 729 ਕਿਲੋ ਦੀ ਇਫੈਕਟਿਵ ਰਿਕਵਰੀ ਹੋਈ ਹੈ, ਜਿਹਦੇ ਵਿੱਚੋਂ 582 ਕਿਲੋ ਜਿਹੜੀ ਹੈ ਵਿਦਿਨ ਸਟੇਟ ਫੜੀ ਗਈ और 147.5 किलो ਜਿਹੜੀ ਆ ਉਹ ਦੋ ਕੰਸਾਈਨਮੈਂਟ ਜਿਹੜੀਆਂ ਸੀਗੀਆਂ, ਇੱਕ ਗੁਜਰਾਤ ਦੇ ਵਿੱਚ ਇੱਕ ਮਹਾਰਾਸ਼ਟਰ ਦੇ ਵਿੱਚ। ਸੋ ਟੋਟਲ 729 ਕਿਲੋ ਦੀ ਰਿਕਵਰੀ ਜਿਹੜੀ ਪੰਜਾਬ ਪੁਲਿਸ ਨੇ ਕੀਤੀ ਹੈ ਹੈਰੋਇਨ ਦੀ। ਓਪੀਐਮ ਦੀ 690 ਕਿਲੋ ਦੀ ਰਿਕਵਰੀ ਕੀਤੀ ਹੈ। ਪੌਪੀ ਹਸਕ ਦੀ ਜਿਹੜੀ ਆ 51,826 ਕਿਲੋਗ੍ਰਾਮ ਦੀ ਰਿਕਵਰੀ ਹੈ। ਗਾਂਜਾ ਦੀ 1396 ਕਿਲੋਗ੍ਰਾਮ ਦੀ ਰਿਕਵਰੀ ਹੈ। ਚਰਸ ਦੀ 31 ਕਿਲੋ ਦੀ ਰਿਕਵਰੀ ਹੈ। ਭੰਗ ਔਰ ਸੁਲਪਾ ਜਿਹੜਾ ਹੈ ਉਹ 19 ਕਿਲੋ ਤੇ 32 ਕਿਲੋ ਰਿਸਪੈਕਟਿਵਲੀ ਉਹਦੀ ਰਿਕਵਰੀ ਹੈ। ਕਾਫੀ ਵੱਡੀ ਮਾਤਰਾ ਦੇ ਵਿੱਚ ਮੈਡੀਕਲ ਡਰੱਗਸ ਫੜੇ ਗਏ, ਜਿਹਦੇ ਵਿੱਚ 60,13,150 ਜਿਹੜੇ ਨੇ ਉਹ ਅਲੱਗ-ਅਲੱਗ ਯੂਨਿਟਸ, ਜਿਹਦੇ ਵਿੱਚ ਇੰਜੈਕਸ਼ਨਸ, ਟੈਬਲੇਟਸ, ਕੈਪਸੂਲ, ਸਿਰਪਸ 60,13,150। ਪੀਓਜ਼ ਔਰ ਅਬਸਕੌਂਡਰਸ ਦੇ ਖਿਲਾਫ ਆਪਾਂ ਸਪੈਸ਼ਲ ਕੈਂਪੇਨ ਚਲਾਇਆ ਸੀਗਾ, ਸ਼ੁਰੂ ਤੋਂ ਹੀ ਚੱਲ ਰਿਹਾ। 1 जनवरी ਤੋਂ ਲੈ ਕੇ ਹੁਣ ਤੱਕ 955 ਜਿਹੜੇ ਪੀਓ ਨੇ ਡਰੱਗਸ ਦੇ ਉਹ ਫੜੇ ਗਏ ਆ ਔਰ 11 ਕਰੋੜ 59 ਲੱਖ 20,566 ਜਿਹੜੀ ਡਰੱਗ ਮਨੀ ਰਿਕਵਰ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਔਰ 337 ਵਹੀਕਲ ਜਿਹੜੇ ਨੇ ਉਹ ਸੀਜ਼ ਕੀਤੇ ਗਏ ਇਸ ਸਮੇਂ ਦੇ ਦੌਰਾਨ। ਸੋ ਇਹ ਜਿਹੜੀਆਂ ਮੇਨ ਰਿਕਵਰੀਜ਼ ਪੰਜਾਬ ਪੁਲਿਸ ਨੇ ਕੀਤੀਆਂ। ਇਸ ਤੋਂ ਇਲਾਵਾ ਕੁਝ ਵੈਲਫੇਅਰ ਮੈਜਰਸ ਲਏ ਗਏ। ਜਿਹੜਾ ਗਵਰਨਮੈਂਟ ਨੇ ਜਿਹੜਾ ਵੈਲਫੇਅਰ ਦਾ ਫੰਡ ਹੁੰਦਾ ਪੰਜਾਬ ਪੁਲਿਸ ਦਾ ਉਹ 10 ਕਰੋੜ ਤੋਂ ਵਧਾ ਕੇ ਉਹਨੂੰ 15 ਕਰੋੜ ਕੀਤਾ ਇਸ ਵਾਰੀ। ਔਰ ਜਿਹੜੀ ਐਕਸ ਗ੍ਰੇਸ਼ੀਆ ਗ੍ਰਾਂਟ ਜਿਹੜੀ ਆ ਉਹ ਕਿਸੇ ਪੁਲਿਸ ਆਫੀਸਰ ਦੇ ਮਾਰਟਰਡਮ ਤੇ ਜਿਹੜੀ ਮਿਲਦੀ ਸੀਗੀ ਉਹ ਪਹਿਲਾਂ 20 ਲੱਖ ਰੁਪਇਆ ਸੀਗੀ, ਜਿਹੜੀ ਹੁਣ 1 ਕਰੋੜ ਰੁਪਇਆ ਕਰ ਦਿੱਤੀ ਹੈ। ਔਰ ਇਸ ਤੋਂ ਇਲਾਵਾ 1 ਕਰੋੜ ਰੁਪਇਆ ਜਿਹੜਾ ਹੈ ਉਹ HDFC ਬੈਂਕ ਉਹਦੇ ਵੱਲੋਂ ਵੀ ਦਿੱਤਾ ਜਾਂਦਾ ਹੈ। ਸੋ ਕਿਸੇ ਵੀ ਮਾਰਟਰ ਦੇ ਕੇਸ ਦੇ ਵਿੱਚ ਹੁਣ ਪੰਜਾਬ ਗਵਰਨਮੈਂਟ ਵੱਲੋਂ ਟੋਟਲ 2 ਕਰੋੜ ਦੀ ਜਿਹੜੀ ਰਾਸ਼ੀ ਦਿੱਤੀ ਜਾਂਦੀ ਹੈ। ਜਿਸ ਤਰ੍ਹਾਂ ਪਿੱਛੇ ਸੀਨੀਅਰ ਕਾਂਸਟੇਬਲ ਮਨਦੀਪ ਸਿੰਘ ਜਿਹੜਾ ਸ਼ਹੀਦ ਹੋਇਆ ਸੀਗਾ, ਉਹਦੇ ਪਰਿਵਾਰ ਨੂੰ ਵੀ 2 ਕਰੋੜ ਰੁਪਏ ਦਿੱਤਾ। ਸੋ ਇਹ ਅੱਗੇ ਤੋਂ ਜਿਹੜੀ ਰਾਸ਼ੀ ਹੈ ਫਿਕਸ ਕਰ ਦਿੱਤੀ ਗਈ ਹੈ, 20 ਲੱਖ ਤੋਂ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ ਗਈ ਹੈ। ਟ੍ਰੈਫਿਕ ਪੁਲਿਸ ਨੇ ਵੀ ਕਾਫੀ ਵਧੀਆ ਕੰਮ ਕੀਤਾ ਹੈ। ਉਹਦੇ 'ਚ ਜਿਹੜੀ 25 ਤੇ ਦੱਸਣਯੋਗ ਹੈ ਕਿ ਪਿਛਲੇ ਸਾਲ 3930 ਦੇ ਆਸ-ਪਾਸ ਟੋਟਲ ਐਕਸੀਡੈਂਟਸ ਹੋਏ ਸੀ 2021 ਦੇ ਵਿੱਚ, ਜਿਹਦੇ 'ਚ ਡੈਥਸ ਹੋਈਆਂ ਸੀਗੀਆਂ 3930 ਦੇ ਆਸ-ਪਾਸ ਡੈਥਸ ਹੋਈਆਂ ਸੀ 2021 ਦੇ ਵਿੱਚ, ਜਿਹੜੀਆਂ ਕਿ 2022 ਦੇ ਵਿੱਚ ਕਰੀਬ 2900 ਦੇ ਆਸ-ਪਾਸ ਡੈਥਸ ਹੋਈਆਂ। ਸੋ ਸਬਸਟੈਂਸ਼ੀਅਲ ਜਿਹੜਾ ਡਿਕਰੀਜ਼ ਆਇਆ ਉਹਦੇ 'ਚ। ਔਰ ਉਹਦੇ 'ਚ ਸਾਡੇ ADGP ਟ੍ਰੈਫਿਕ ਜਿਹੜੇ ਆ ਉਹਨਾਂ ਦੇ ਸੁਪਰਵਿਜ਼ਨ 'ਚ ਇੱਕ ਟ੍ਰੈਫਿਕ ਰਿਸਰਚ ਸੈਂਟਰ ਕੰਮ ਕਰ ਰਿਹਾ, ਜਿਹਦੇ ਵਿੱਚ ਪ੍ਰਾਈਵੇਟ ਐਕਸਪਰਟਸ ਨੂੰ ਇੰਗੇਜ ਕੀਤਾ ਗਿਆ ਹੈ। ਉਹ ਅਲੱਗ-ਅਲੱਗ ਜਗ੍ਹਾ ਦੇ ਉੱਤੇ ਪੂਰਾ ਹੌਟ ਸਪੌਟਸ, ਜਿਹੜੇ ਐਕਸੀਡੈਂਟਲ ਹੌਟ ਸਪੌਟਸ ਆ ਉਹਨਾਂ ਦੀ ਸਟੱਡੀ ਕਰ ਰਹੇ ਆ। ਉਸ ਡਾਟਾ ਨੂੰ ਸਿੰਕਰੋਨਾਈਜ਼ ਕੀਤਾ ਜਾ ਰਿਹਾ ਹੈ, ਜਿਹੜਾ ਆਪਣਾ CCTNS ਦਾ ਐਕਸੀਡੈਂਟਸ ਦਾ ਡਾਟਾ ਹੁੰਦਾ ਹੈ। ਸੋ ਐਕਸੀਡੈਂਟਸ ਜਿਹੜੀਆਂ FIR ਦਾ ਉੱਥੋਂ ਸਿੰਕਰੋਨਾਈਜ਼ ਕਰਕੇ ਇਹ ਐਨਾਲਿਸਿਸ ਕੀਤਾ ਜਾ ਰਿਹਾ ਕਿ ਕਿਹੜੇ ਏਰੀਆ ਦਾ ਜਿੱਥੇ ਜ਼ਿਆਦਾ ਐਕਸੀਡੈਂਟਸ ਹੁੰਦੇ ਆ। ਸਿਮਿਲਰਲੀ ਜਿਹੜੀ ਸਾਡੀ ਹਾਈਵੇ ਪੈਟਰੋਲਿੰਗ ਹੈ ਜਿਹੜੀ ਉਹਨੂੰ ਵੀ ਇਫੈਕਟਿਵ ਕੀਤਾ ਜਾ ਰਿਹਾ। ਉਹਦੇ ਵਿੱਚ ਨਵੇਂ ਵਹੀਕਲਸ ਦਾ ਪ੍ਰਪੋਜ਼ਲ ਜਿਹੜਾ ਚਲਾਇਆ ਗਿਆ ਵਾ। ਸੋ ਪੁਲਿਸ ਦਾ ਜਿੱਥੇ ਕ੍ਰਾਈਮ ਦੇ ਅਗੇਂਸਟ ਫੋਕਸ ਆ, ਕ੍ਰਾਈਮ ਨੂੰ ਪ੍ਰੀਵੈਂਟ ਕਰਨ ਦੇ ਅਗੇਂਸਟ, ਗੈਂਗਸਟਰਸ ਦੇ ਅਗੇਂਸਟ, ਟੈਰਰਿਸਟ ਦੇ ਅਗੇਂਸਟ, ਸਮਗਲਰਸ ਦੇ ਅਗੇਂਸਟ, ਨਾਲ ਹੀ ਲੋਕਾਂ ਦੀ ਸੇਫਟੀ ਦੇ ਵਾਸਤੇ ਐਕਸੀਡੈਂਟਲ ਡੈਥ ਨੂੰ ਪ੍ਰੀਵੈਂਟ ਕਰਨਾ, ਜਿਹੜਾ ਸਾਡਾ ਟ੍ਰੈਫਿਕ ਵਿੰਗ ਆ ਉਹਨੂੰ ਹੋਰ ਸਟ੍ਰੀਮਲਾਈਨ ਕਰਨਾ, ਹੋਰ ਸਟਰੈਂਥਨ ਕਰਨਾ। ਜ਼ਿਲ੍ਹਾ ਪੁਲਿਸ ਦੇ ਵਿੱਚ ਵੀ ਜਿਹੜੇ ਵਹੀਕਲਸ ਆ ਜਿਹੜੇ ਐਕਸੀਡੈਂਟ ਪ੍ਰੀਵੈਂਸ਼ਨ ਦੇ ਵਿੱਚ ਹੈਲਪ ਕਰਦੇ ਆ, ਉਸ 'ਤੇ ਵੀ ਫੋਕਸ ਕੀਤਾ ਜਾ ਰਿਹਾ। ਇਹਦੇ ਨਾਲ ਜਿੱਦਾਂ ਆਪਾਂ ਪਿੱਛੇ ਦੇਖਿਆ ਕਿ ਡਰੰਕਨ ਡਰਾਈਵਿੰਗ ਦੇ ਉੱਤੇ ਬੜਾ ਫੋਕਸ ਕੀਤਾ ਗਿਆ ਸੀਗਾ ਕਿ ਮੈਰਿਜ ਪੈਲੇਸਿਸ ਦੇ ਬਾਹਰ ਜਾਂ ਜਿੱਥੇ ਲੋਕੀ ਸ਼ਰਾਬ ਪੀ ਕੇ
ਡਰਾਈਵਿੰਗ ਕਰਨ ਦੀ ਜਿੱਥੇ ਪੋਸੀਬਿਲਿਟੀ ਆ ਉਸ ਤੇ ਵੀ ਫੋਕਸ ਕੀਤਾ ਜਾ ਰਿਹਾ। ਐਲਕੋਮੀਟਰਸ ਜਿਹੜੇ ਨੇ ਵੱਡੀ ਮਾਤਰਾ ਦੇ ਵਿੱਚ ਪਰਚੇਜ਼ ਕੀਤੇ ਜਾ ਰਹੇ ਤਾਂ ਜੋ ਜ਼ਿਲ੍ਹਿਆਂ ਦੇ ਵਿੱਚ ਵੱਧ ਤੋਂ ਵੱਧ ਐਲਕੋਮੀਟਰ ਦਿੱਤੇ ਜਾਣ, ਜਿਹਦੇ ਨਾਲ ਜ਼ਿਲ੍ਹਾ ਪੁਲਿਸ ਜਿਹੜੀ ਆ ਇਫੈਕਟਿਵ ਚੈਕਿੰਗ ਕਰ ਸਕੇ, ਕਿਉਂਕਿ ਕਾਫੀ ਕੇਸਿਸ ਦੇ ਵਿੱਚ ਦੇਖਣ 'ਚ ਆਇਆ ਹੈ ਕਿ ਐਕਸੀਡੈਂਟ ਦਾ ਜਿਹੜਾ ਕਾਰਨ ਆ ਉਹ ਓਵਰ ਸਪੀਡ ਦੇ ਨਾਲ ਡਰੰਕਨ ਡਰਾਈਵਿੰਗ ਵੀ ਬਹੁਤ ਵੱਡਾ ਕਾਰਨ ਆ। ਸੋ ਇਹ ਉਹ ਕਰੀਬ ਅਸੀਂ ਹਰ ਜ਼ਿਲ੍ਹੇ ਵਾਸਤੇ ਅਲੱਗ-ਅਲੱਗ, ਜਿੱਦਾਂ ਵੱਡਾ ਜ਼ਿਲ੍ਹਾ ਹੈ ਉਹਦੇ ਵਾਸਤੇ ਘੱਟ ਨੇ, ਛੋਟੇ ਜ਼ਿਲ੍ਹੇ ਵਾਸਤੇ ਜ਼ਿਆਦਾ ਨੇ, ਕਰੀਬ 2200 ਦੇ ਆਸ-ਪਾਸ ਜਿਹੜੇ ਐਲਕੋਮੀਟਰ ਆ ਉਹ ਨਵੇਂ ਪਰਚੇਜ਼ ਕਰਨ ਦਾ ਪ੍ਰਪੋਜ਼ਲ ਜਿਹੜਾ ਅਸੀਂ ਬਣਾਇਆ। ਆਲਰੇਡੀ ਜ਼ਿਲ੍ਹਿਆਂ ਦੇ ਕੋਲ ਕਾਫੀ ਵੱਡੀ ਮਾਤਰਾ ਦੇ ਵਿੱਚ ਹੈਗੇ ਆ, ਬਟ ਇਹ ਹੈਗਾ ਕਿ ਉਹਨਾਂ ਨੂੰ ਅਲਟਰਾ ਮਾਡਰਨ ਟੈਕਨੋਲੋਜੀ ਜਿਹਦੇ ਵਿੱਚ ਸਾਰਾ ਕੁਝ ਹੋਵੇ ਉਹ ਪਰਚੇਜ਼ ਕਰਕੇ ਦਿੱਤੇ ਜਾਣ। ਸੋ ਉਸ ਦੇ ਉੱਤੇ ਵੀ ਪੂਰਾ ਫੋਕਸ ਆ। ਸੋ ਇਹ ਸਾਡਾ ਜਿਹੜਾ ਹੈ ਪਿਛਲਾ ਸਾਲ ਮੈਂ ਕਹੂੰਗਾ ਕਿ ਕੁਝ ਅਨਫੋਰਚੂਨੇਟ ਇੰਸੀਡੈਂਟਸ ਜ਼ਰੂਰ ਹੋਏ ਆ 2022 ਦੇ ਵਿੱਚ, ਪਰ ਸਾਰੇ ਦੇ ਸਾਰੇ ਇੰਸੀਡੈਂਟਸ ਆ, ਚਾਹੇ ਉਹ ਜਦੋਂ ਆਪਾਂ ਲਿਸਟ ਆਊਟ ਕਰਦੇ ਆ, RPG ਦਾ ਅਟੈਕ ਹੋਇਆ ਮੋਹਾਲੀ ਦੇ ਵਿੱਚ, ਸਰਹਾਲੀ ਦੇ ਵਿੱਚ, ਤਰਨਤਾਰਨ ਦੇ ਵਿੱਚ ਹੋਇਆ, ਜਾਂ ਬਹੁਤ ਹੀ ਅਨਫੋਰਚੂਨੇਟ ਇੰਸੀਡੈਂਟ ਜਿਹੜਾ ਸਿੱਧੂ ਮੂਸੇਵਾਲਾ ਉਹਨਾਂ ਦਾ ਜਿਹੜਾ ਮਰਡਰ ਹੋਇਆ, ਜਾਂ ਫਰੀਦਕੋਟ ਦੇ ਵਿੱਚ ਪ੍ਰਦੀਪ ਕੁਮਾਰ ਦਾ ਮਰਡਰ ਹੋਇਆ, ਨਕੋਦਰ ਦੇ ਵਿੱਚ ਮਰਡਰ ਹੋਇਆ, ਉਹ ਸਾਰੇ ਕੇਸਿਸ ਪੰਜਾਬ ਪੁਲਿਸ ਨੇ ਵਿਦ ਦੀ ਹੈਲਪ ਆਫ, ਵਿਦ ਦੀ ਕੋਆਰਡੀਨੇਸ਼ਨ ਆਫ ਜਿੰਨੇ ਸਾਡੇ ਵਿੰਗਸ ਆ ਉਹਨਾਂ ਦੇ ਨਾਲ ਔਰ ਸੈਂਟਰਲ ਏਜੰਸੀਜ਼ ਦੇ ਨਾਲ, ਬਾਕੀ ਦੂਸਰੀਆਂ ਸਟੇਟਸ ਦੀ ਪੁਲਿਸ ਦੇ ਸਹਿਯੋਗ ਦੇ ਨਾਲ ਬਹੁਤ ਇਫੈਕਟਿਵਲੀ ਹੈਂਡਲ ਕਰਕੇ ਸਾਰੇ ਇੰਸੀਡੈਂਟਸ ਟ੍ਰੇਸ ਵੀ ਕੀਤੇ ਆ, ਔਰ ਜਿਹੜੇ ਪ੍ਰਾਇਮਰੀ ਜਿਹੜੇ ਕੇਸਿਸ ਆ ਉਹਨਾਂ ਦੇ ਵਿੱਚ ਚਲਾਨ ਜਿਹੜਾ ਕੋਰਟ ਦੇ ਵਿੱਚ ਚਲਾ ਗਿਆ। ਫਰਦਰ ਜਿਹੜਾ ਪ੍ਰੋਸੀਕਿਊਸ਼ਨ ਦੇ ਉੱਤੇ ਪ੍ਰੋਪਰ ਕਾਰਵਾਈ ਕਰਕੇ ਇਨਸ਼ੋਰ ਵੀ ਕੀਤਾ ਜਾਏਗਾ ਕਿ ਉਹਨਾਂ ਕੇਸਿਸ ਦੇ ਵਿੱਚ ਕਨਵਿਕਸ਼ਨ ਵੀ ਹੋਵੇ। ਔਰ ਦੂਸਰਾ ਜਿਹੜਾ ਹਿਊਮੈਨਿਟੇਰੀਅਨ ਅਪਰੋਚ ਜਿਹੜੀ ਇਹਦੇ ਵਿੱਚ ਆਪਾਂ ਦੇਖਣ ਚਾਹੀ ਆ ਕਿ ਯੂਵੇਨਾਈਲ ਸੀਗੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀਗਾ, ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਉਹ ਕੀ ਕਰ ਰਿਹਾ, ਤਰਨਤਾਰਨ ਪੁਲਿਸ ਨੇ ਵੈਰੀਫਾਈ ਕਰਕੇ ਕੁਝ ਯੂਵੇਨਾਈਲ ਜਿਹੜੇ ਸੀਗੇ ਉਹਨਾਂ ਨੂੰ ਵਾਰਨ ਕਰਕੇ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਉਹ ਕਿਸ ਕ੍ਰਾਈਮ ਦਾ ਪਾਰਟ ਬਣ ਜਾ ਰਹੇ ਆ, ਕੋਈ ਇੱਕ ਜਗ੍ਹਾ ਤੋਂ ਚੀਜ਼ ਚੁੱਕੀ ਕਿਸੇ ਨੂੰ ਦੇ ਦਿੱਤੀ ਐਂਡ ਉਹਦੇ ਵਿੱਚ ਕੋਈ ਵੀ ਵੈਪਨਰੀ ਨਹੀਂ ਸੀਗੀ, ਉਹਦੇ ਤੇ ਹਿਊਮੈਨਿਟੇਰੀਅਨ ਅਪਰੋਚ ਵੀ ਪੰਜਾਬ ਪੁਲਿਸ ਨੇ ਦਿਖਾਈ ਹੈ। ਸੋ ਓਵਰਆਲ ਜਿਹੜਾ ਬਹੁਤ ਵਧੀਆ ਕੰਮ ਕੀਤਾ ਪੁਲਿਸ ਨੇ, ਔਰ ਪਬਲਿਕ ਵੱਲੋਂ ਵੀ ਮੈਂ ਬਹੁਤ ਧੰਨਵਾਦੀ ਹਾਂ, ਪੰਜਾਬ ਦੀ ਸਾਰੀ ਪਬਲਿਕ ਦਾ ਬਹੁਤ ਸਹਿਯੋਗ ਮਿਲਿਆ, ਚਾਹੇ ਉਹ ਬਾਰਡਰ ਏਰੀਆਜ਼ ਦੇ ਵਿੱਚ ਹੋਵੇ, ਬਾਰਡਰ ਏਰੀਆਜ਼ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਜ਼ ਬਣਾਈਆਂ ਗਈਆਂ, ਆਪਣਾ 553 ਕਿਲੋਮੀਟਰ ਦਾ ਇੰਟਰਨੈਸ਼ਨਲ ਬਾਰਡਰ ਆ, ਲੋਕਾਂ ਨੇ ਬੜਾ ਸਹਿਯੋਗ ਦਿੱਤਾ। ਜੇ ਆਪਾਂ 23 ਡਰੋਨਸ ਦੀ ਗੱਲ ਕਰਦੇ ਹਾਂ ਜਾਂ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੇ ਡਰੱਗਸ ਫੜੇ ਗਏ ਆ, ਖਾਸ ਕਰਕੇ ਫਾਜ਼ਿਲਕਾ ਦੇ ਏਰੀਆ ਦੇ ਵਿੱਚ, ਉਹਦੇ 'ਚ ਵੀ ਪਬਲਿਕ ਦਾ ਭਰਪੂਰ ਯੋਗਦਾਨ ਰਿਹਾ। ਔਰ ਪੰਜਾਬ ਦੇ ਵਿੱਚ ਵੀ ਪੂਰੇ ਪੰਜਾਬ 'ਚ ਅਲੱਗ-ਅਲੱਗ ਜਗ੍ਹਾ ਤੋਂ ਬਹੁਤ ਪਬਲਿਕ ਦਾ ਸਹਿਯੋਗ ਰਿਹਾ। ਪਰਮਾਤਮਾ ਦੀ ਕਿਰਪਾ ਦੇ ਨਾਲ ਕੋਈ ਮੇਜਰ ਲਾਅ ਐਂਡ ਆਰਡਰ ਇੰਸੀਡੈਂਟ ਨਹੀਂ ਹੋਇਆ ਜਿਹਦੇ ਵਿੱਚ ਕੋਈ ਪਬਲਿਕ ਦਾ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਹੋਵੇ। ਸੋ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ 2022 ਦੇ ਵਿੱਚ ਪਬਲਿਕ ਤੋਂ ਭਰਪੂਰ ਜਿਹੜਾ ਸਹਿਯੋਗ ਮਿਲਿਆ, ਉਹੀ ਅਸੀਂ ਐਕਸਪੈਕਟ ਕਰਾਂਗੇ 2023 ਦੇ ਵਿੱਚ ਵੀ ਸਹਿਯੋਗ ਮਿਲੇ। ਔਰ ਸਭ ਤੋਂ ਵੱਧ ਧੰਨਵਾਦੀ ਮੈਂ ਮੀਡੀਆ ਦਾ ਹਾਂ, ਮੀਡੀਆ ਵੱਲੋਂ ਬਹੁਤ ਸਹਿਯੋਗ ਮਿਲਿਆ ਪੰਜਾਬ ਪੁਲਿਸ ਨੂੰ। ਆਪਾਂ ਜਿਹੜੀ ਇਹ ਵੀਕਲੀ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਸੀਗੀ, ਉਹਦਾ ਲੋਕਾਂ ਤੱਕ ਜਿਸ ਤਰ੍ਹਾਂ ਪਹੁੰਚੀ, ਔਰ ਲੋਕਾਂ ਦੇ ਵੱਲੋਂ ਜਦੋਂ ਆਪਾਂ ਕਿਸੇ ਤੱਕ ਇਨਫੋਰਮੇਸ਼ਨ ਪਹੁੰਚਾਉਂਦੇ ਹਾਂ ਬਰਾਬਰ ਦਾ ਰਿਸਪੌਂਸ ਉਧਰੋਂ ਆਉਂਦਾ ਹੈ। ਸੋ ਮੈਂ ਆਪਣੇ ਮੀਡੀਆ ਦੇ ਸਾਰੇ ਸਾਥੀਆਂ ਦਾ, ਕਿਉਂਕਿ ਸਭ ਤੋਂ ਉੱਪਰ ਇਹ ਸਾਰੇ ਜਿਹੜਾ ਜੋ ਆਪਾਂ ਕਰ ਰਹੇ ਹਾਂ ਜਾਂ ਪ੍ਰੈਸ ਕਾਨਫਰੰਸ ਕਰਦੇ ਹਾਂ ਹਰ ਹਫਤੇ ਜਾਂ ਅੱਜ ਕਰ ਰਹੇ ਹਾਂ, ਸਭ ਤੋਂ ਵੱਧ ਯੋਗਦਾਨ ਤੁਹਾਡਾ ਹੈ। ਸੋ ਮੈਂ DGP ਸਾਹਿਬ ਵੱਲੋਂ, ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਤੁਹਾਡਾ ਬਹੁਤ ਧੰਨਵਾਦੀ ਹਾਂ। ਔਰ ਮੈਂ ਉਮੀਦ ਕਰਦਾ ਜਿੱਦਾਂ 2022 ਦੇ ਵਿੱਚ ਆਪਾਂ ਮਿਲ ਕੇ ਇਫੈਕਟਿਵ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚਾਈ ਹੈ, ਆਪਾਂ ਇਫੈਕਟਿਵਲੀ ਕੰਮ ਕੀਤਾ ਹੈ, ਪੁਲਿਸ ਨੇ ਲੋਕਾਂ ਤੱਕ ਇਨਫੋਰਮੇਸ਼ਨ ਵੀ ਪਹੁੰਚਾਈ, ਇਫੈਕਟਿਵਲੀ ਕੰਮ ਵੀ ਕੀਤਾ, ਲਾਅ ਐਂਡ ਆਰਡਰ ਮੇਨਟੇਨ ਕੀਤਾ, ਪੰਜਾਬ 'ਚ ਪੀਸ ਮੇਨਟੇਨ ਕੀਤੀ। ਬਾਹਰ ਦੀਆਂ ਤਾਕਤਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ, ਕਈ ਤਰ੍ਹਾਂ ਦੇ ਇੰਸੀਡੈਂਟਸ ਕੀਤੇ, ਪਰ ਕਮਿਊਨਲ ਹਾਰਮਨੀ ਪੰਜਾਬ ਦੇ ਵਿੱਚ ਬਣੀ ਰਹੀ। ਇਹੀ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਾਲ ਦੇ ਵਿੱਚ ਵੀ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਹੇਗਾ, ਔਰ ਲੋਕਾਂ ਵੱਲੋਂ ਵੀ ਔਰ ਤੁਹਾਡੇ ਵੱਲੋਂ ਵੀ। ਸੋ ਮੈਂ ਬਹੁਤ ਧੰਨਵਾਦੀ ਹਾਂ ਤੁਹਾਡਾ। ਡਾਕਟਰ ਸਾਹਿਬ, ਇੱਕ ਪੁਲਿਸ ਦੇ ਇੰਫਰਾਸਟ੍ਰਕਚਰ ਦੀ ਗੱਲ ਹੈਗੀ, ਬਹੁਤ ਸਾਰੇ ਥਾਣੇ ਉਹਨਾਂ ਕੋਲ ਵੈਕਿਲ ਨਹੀਂ ਹੈ, ਕੋਈ ਟੈਲੀਫੋਨ ਰਿਕਸ਼ਾ ਨਹੀਂ ਹੈ, ਟੋਕੀ ਵੀ ਨਹੀਂ ਹੈ, ਉਹਦੇ ਵਾਸਤੇ ਨੈਕਸਟ ਈਅਰ ਕੀ ਹੈਗਾ? ਦੇਖੋ ਇਹਦੇ ਵਿੱਚ ਜਿਹੜਾ ਹੁਣ ਰੀਸੈਂਟਲੀ ਜਦੋਂ ਇਹ ਇੰਸੀਡੈਂਟ ਹੋਇਆ ਸੀਗਾ ਨਾ ਜੀ, ਆਪਣਾ ਤਰਨਤਾਰਨ ਵਾਲਾ ਇੰਸੀਡੈਂਟ ਹੋਇਆ ਸੀਗਾ, ਉਸ ਤੋਂ ਬਾਅਦ ਸਾਰੇ SSPs ਨੂੰ, CPs ਨੂੰ DGP ਸਾਹਿਬ ਨੇ ਕਿਹਾ ਸੀਗਾ ਕਿ ਤੁਸੀਂ ਆਪਣਾ ਪੂਰਾ ਐਨਾਲਿਸਿਸ ਕਰੋ, ਬਿਲਡਿੰਗ ਨੂੰ ਕਿੱਦਾਂ ਸਟਰੈਂਥਨ ਕਰਨਾ ਹੈ ਤੁਸੀਂ ਆਪਣੇ ਨੂੰ, ਔਰ ਥਾਣੇ 'ਚ ਕਿਸੇ ਵੀ ਤਰ੍ਹਾਂ ਦਾ ਇੰਫਰਾਸਟ੍ਰਕਚਰ ਚਾਹੀਦਾ ਹੋਵੇ, ਚਾਹੇ ਉਹ ਤੁਸੀਂ ਟੈਲੀਫੋਨ ਦੀ ਗੱਲ ਕਰਤੀ ਹੈ, ਵਾਇਰਲੈਸ ਦੀ ਗੱਲ ਕੀਤੀ ਹੈ, ਸੋ ਉਹ ਸਾਰੀ ਰਿਕੁਆਇਰਮੈਂਟਸ ਆ ਰਹੀਆਂ। ਬਹੁਤ ਸਾਰੇ ਜ਼ਿਲ੍ਹਿਆਂ ਤੋਂ ਅਜੇ ਤੱਕ ਇੰਫਰਾਸਟ੍ਰਕਚਰ ਰਿਲੇਟਡ ਰਿਕੁਆਇਰਮੈਂਟਸ ਆਈਆਂ ਜਿਹਦੇ 'ਚ ਤੁਰੰਤ ਜਿਹੜੇ ਨੇ ਫੰਡਸ ਵੀ ਦਿੱਤੇ ਗਏ ਆ।
ਔਰ ਉਹ ਕੰਮ ਸਟਾਰਟ ਵੀ ਤੁਸੀਂ ਦੇਖਿਆ ਹੋਣਾ ਹੈ, ਕਾਫੀ ਕਵਰੇਜ ਵੀ ਆਪਾਂ ਦੇਖੀ ਮੀਡੀਆ ਦੇ ਵਿੱਚ ਵੀ ਕਿ ਕਾਫੀ ਜਗ੍ਹਾ ਤੇ ਕੰਮ ਹੋ ਰਿਹਾ। ਜਿਹੜੀਆਂ ਇਹ ਚੀਜ਼ਾਂ ਵਾਕੀ ਟਾਕੀ ਸੈਂਟਰਲਾਈਜ਼ ਸਾਡੀ ਪਰਚੇਜ਼ਿੰਗ ਹੈ, ਸਫੀਸ਼ੀਐਂਟ ਹੈਗੇ ਆ। ਜੇ ਕਿਸੇ ਥਾਣੇ 'ਚ ਕੋਈ ਘਾਟ ਹੋਏਗੀ ਉਹਨਾਂ ਤੋਂ ਅਸੀਂ ਰਿਕੁਆਇਰਮੈਂਟ ਲੈ ਲਾਂਗੇ, ਬਟ ਸਾਡੇ ਕੋਲੇ ਹੈੱਡਕੁਆਰਟਰ ਤੇ ਸਫੀਸ਼ੀਐਂਟ ਵਾਕੀ ਟਾਕੀਜ਼ ਅਵੇਲੇਬਲ ਨੇ, ਜਿੱਥੇ ਕਿਸੇ ਨੂੰ ਜ਼ਰੂਰਤ ਹੋਏਗੀ ਉੱਥੇ ਪ੍ਰੋਵਾਈਡ ਵੀ ਕੀਤਾ ਜਾਏਗਾ। ਖਾਸਕਰ ਬਾਰਡਰ ਏਰੀਆ ਦੀ ਥਾਣੇ ਦੀ ਗੱਲ ਕਰ ਰਹੇ ਡਰੋਨ ਦੀ ਅਸੀਂ ਗੱਲ ਕਰੀਏ, ਡਰੋਨ ਅੱਜ ਵੀ ਡਰੋਨ ਜਿਹੜਾ ਹੈ ਉਹ ਰਿਕਵਰ ਹੋਇਆ ਹੈ, ਤੇ ਤੁਸੀਂ ਡਰੋਨ ਨੂੰ ਲੈ ਕੇ ਨੈਕਸਟ ਈਅਰ ਜਿਹੜਾ ਨਵਾਂ ਆਉਣ ਦੇਖੋ ਵਾਲਾ ਸਾਲ ਹੈ, ਜਿਹੜਾ ਜਿੱਦਾਂ ਲਾਸਟ ਈਅਰ ਦੇ ਵਿੱਚ 244 ਦੀ ਫਿਗਰ ਹੈ ਟੈਂਟੇਟਿਵ ਸਾਈਟਿੰਗਸ ਦੀ ਡਰੋਨ ਦੀ, ਪਰ 23 ਡਰੋਨ ਜਿਹੜੇ ਨੇ ਮਾਰ ਕਰਾਏ ਗਏ BSF ਵੱਲੋਂ। ਉਹਦੇ ਵਿੱਚ ਹੁਣ ਡਰੋਨ ਦੀ ਟੈਕਨੋਲੋਜੀ ਜਿਹੜੀ ਹੈ ਡਿਵੈਲਪਿੰਗ ਸਟੇਜ ਦੇ ਉੱਤੇ ਹੈ। ਉਹਦੇ ਵਿੱਚ ਪੰਜਾਬ ਵੱਲੋਂ ਅਸੀਂ ਵੀ ਆਪਣੇ ਤਿੰਨ ਆਫੀਸਰਸ ਦੀ ਇੱਕ ਟੀਮ ਬਣਾਈ ਸੀਗੀ। ਉਹਨਾਂ ਨੇ ਪੂਰਾ ਸਟੱਡੀ ਕੀਤਾ ਸੀ, ਉਹ ਅਲੱਗ-ਅਲੱਗ ਇੰਸਟੀਚਿਊਟਸ ਦੇ ਵਿੱਚ ਗਏ, ਉਹ ਅਲੱਗ-ਅਲੱਗ ਏਜੰਸੀਜ਼ ਨੂੰ ਜਿੱਦਾਂ ਈਵਨ TVRL ਜਾਂ ਬਾਕੀ ਏਜੰਸੀਜ਼ ਜਿਹੜੀਆਂ ਟੈਕਨੋਲੋਜੀ ਹੈਂਡਲ ਕਰਦੀਆਂ ਨੇ ਡਿਫੈਂਸ ਰਿਲੇਟਡ, ਸਾਰਿਆਂ ਨੂੰ ਮਿਲੇ ਆ। ਔਰ ਉਹਦੇ 'ਚ ਅਸੀਂ ਬਕਾਇਦਾ ਇੱਕ ਡਾਕੂਮੈਂਟੇਸ਼ਨ ਕੀਤੀ ਆ ਉਹਦੀ, ਤਾਂ ਜੋ ਔਰ ਉਹਦੇ ਵਿੱਚ ਸੈਂਟਰ ਵੱਲੋਂ ਵੀ ਭਰਪੂਰ ਯੋਗਦਾਨ ਆ। ਉਹਦੇ ਵਿੱਚ BSF ਵੀ ਇਸ ਤੇ ਕੰਮ ਕਰ ਰਹੀ ਆ, ਸੈਂਟਰਲ ਗਵਰਨਮੈਂਟ ਵੀ ਇਸ ਤੇ ਕੰਮ ਕਰ ਰਹੀ ਹੈ। ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਹੁਣ ਜਿਹੜੇ ਰੀਸੈਂਟਲੀ ਕਰਾਏ ਗਏ ਕੁਝ ਟੈਕਨੋਲੋਜੀ ਇਨੀਸ਼ੀਅਲ ਸਟੇਜ ਤੇ ਡਿਵੈਲਪ ਹੋਈ ਹੈ, ਬਟ ਮੇ ਵੀ ਇਸ ਸਾਲ ਦੇ ਵਿੱਚ ਹੋਰ ਸਫਲਤਾ ਮਿਲੇਗੀ ਉਹਦੇ ਵਿੱਚ। ਗਿੱਲ ਸਾਹਿਬ अमेरिकन ड्रोन सर कल अमृतसर में पकड़ा गया है, मतलब क्योंकि हाले तक जो है ना या तो चाइना का थी, पहली बार अमेरिकन ड्रोन आया, मतलब ये ड्रोन आया सर कितों? ਤੇ ਉਹਦੀ ਤਾਂ ਹੁਣ ਦੇਖੋ ਡਰੋਨ ਜਦੋਂ ਵੀ ਮਿਲਦਾ ਹੈ ਨਾ ਜੀ, ਉਹਦੀ ਅਸੀਂ ਫੋਰੈਂਸਿਕ ਜਾਂਚ ਵਾਸਤੇ ਭੇਜਦੇ ਹਾਂ ਬਕਾਇਦਾ। ਹਰ ਡਰੋਨ ਦੀ ਫੋਰੈਂਸਿਕ ਜਾਂਚ ਹੁੰਦੀ ਹੈ। ਸੋ ਉਹ ਫੋਰੈਂਸਿਕ ਜਾਂਚ ਤੋਂ ਕਾਫੀ ਪੈਰਾਮੀਟਰਸ ਪਤਾ ਲੱਗ ਜਾਂਦੇ, ਐਟਲੀਸਟ ਕਿੱਥੋਂ ਉੜਿਆ ਸੀ, ਕਿੱਥੇ ਉਹਦਾ ਟਾਰਗੇਟ ਕਿੱਥੇ ਗਿਰਨਾ ਸੀ, ਉਹਨੂੰ ਪਤਾ ਲੱਗ ਜਾਂਦਾ। ਜਿਹੜਾ ਤੁਸੀਂ ਕੱਲ ਵਾਲਾ ਡਰੋਨ ਜਿਹੜਾ ਹੈ ਉਹਦੀ ਵੀ ਫੋਰੈਂਸਿਕ ਜਾਂਚ ਕਰਾਵਾਂਗੇ ਤਾਂ ਉਹਦੇ 'ਚ ਤੱਥ ਹੋਰ ਪਤਾ ਲੱਗਣਗੇ। ਬਟ ਫੋਰੈਂਸਿਕ ਐਗਜ਼ਾਮੀਨੇਸ਼ਨ ਹਰ ਡਰੋਨ ਦਾ ਹੁੰਦਾ ਹੈ ਜਿਹੜਾ ਵੀ ਕੈਪਚਰ ਕੀਤਾ ਜਾਂਦਾ। ਆਈਜੀ ਸਾਹਿਬ ਗਿੱਲ ਸਾਹਿਬ ਇੱਕ नहीं, हम लोग ना इस पे कोई मनी वाइज इसको एनालाइज नहीं करते हैं, बिकॉज इसकी जो कॉस्ट है वो बड़ी डिफरेंट रहती है हर जगह। सो हम क्वांटिटी से ही चलते हैं उसमें, तो वर्थ पे हम कभी कमेंट नहीं करते। नहीं, वो मैं वही तदे कह रहा जी ये चीज़ साढ़े डोमेन च नहीं हैगी। ਅਸੀਂ ਤਾਂ ਮੇਨ ਰਿਕਵਰੀਜ਼ ਤੇ ਕਰਦੇ ਹਾਂ ਫੋਕਸ, ਬਿਕॉज ਸਾਡਾ ਮੇਨ ਏਮ ਹੈ ਕਿ ਡਰੱਗਸ ਦੀ ਜਿੰਨੀ ਰਿਕਵਰੀ ਹੋਏਗੀ ਉਨੀ ਪਬਲਿਕ 'ਚ ਘਟ ਜਾਏਗਾ ਔਰ ਉਹਨਾਂ ਪ੍ਰੈਵਲੈਂਸ ਘਟੇਗੀ। देखो बाद ਜਿਹੜੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਹ ਹਮੇਸ਼ਾ ਥ੍ਰੈਟ ਪਰਸੈਪਸ਼ਨ ਤੇ ਬੇਸ ਕੀਤੀ ਜਾਂਦੀ ਹੈ। ਹੁਣ ਦੂਜਾ ਜਿਹੜਾ ਤੁਹਾਡਾ ਸਵਾਲ ਹੈ ਕਿ 2 ਇਨਸੀਡੈਂਟਸ ਇਹੋ ਜਿਹੇ ਹੋਏ ਆ, 3 ਇਨਸੀਡੈਂਟਸ ਬਲਕਿ ਹੋਏ ਆ ਜਿਹਦੇ ਵਿੱਚ ਸਿਕਿਉਰਿਟੀ ਪਰਸਨਲ ਦੀ ਪ੍ਰੈਜ਼ੈਂਸ ਦੇ ਬਾਵਜੂਦ ਇਨਸੀਡੈਂਟਸ ਹੋਏ। ਉਹਦੇ 'ਚ 2 ਕੇਸਿਸ 'ਚ ਪੁਲਿਸ ਨੇ ਵਧੀਆ ਰਿਟੈਲੀਏਟ ਵੀ ਕੀਤਾ। ਅਨਫੋਰਚੂਨੇਟਲੀ ਸਾਡਾ ਜਵਾਨ ਇੱਕ ਸ਼ਹੀਦ ਹੋ ਗਿਆ, ਇੱਕ ਜਵਾਨ ਇੱਕ ਜਗ੍ਹਾ ਦੇ ਉੱਤੇ ਫੱਟੜ ਵੀ ਹੋਇਆ। ਉਸ ਤੋਂ ਬਾਅਦ ਅਸੀਂ ਇਹ ਸ਼ੁਰੂ ਕੀਤਾ ਕਿ ਜਿੰਨੇ ਵੀ ਸਿਕਿਉਰਿਟੀ ਪਰਸਨ ਜਿਹੜੇ ਪ੍ਰੋਵਾਈਡ ਕੀਤੇ ਗਏ, ਇੱਕ ਤਾਂ ਅਸੀਂ ਉਹਨਾਂ ਦਾ ਪ੍ਰੋਫਾਈਲ ਚੇਂਜ ਕੀਤਾ ਰੀਸੈਂਟਲੀ ਔਰ ਕਰ ਵੀ ਰਹੇ ਹਾਂ ਕਿ ਜ਼ਿਆਦਾ ਯੰਗਸਟਰ ਜਿਹੜੇ ਆ, ਨਵਾਂ ਜਿਹੜਾ ਯੂਥ ਆ ਉਹਨੂੰ ਲਗਾਇਆ ਜਾਵੇ, ਔਰ ਦੂਸਰਾ ਉਹਨਾਂ ਨੂੰ ਸਪੈਸ਼ਲਾਈਜ਼ਡ ਟ੍ਰੇਨਿੰਗ ਦਿੱਤੀ ਜਾਵੇ। ਰੀਸੈਂਟਲੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਰੀਬ ਸਾਰੇ ਜ਼ਿਲ੍ਹਿਆਂ 'ਚ ਸਾਰੀ ਫੋਰਸ ਨੂੰ ਫਾਇਰਿੰਗ ਪ੍ਰੈਕਟਿਸ ਕਰਾਈ ਗਈ ਹੈ, ਐਂਟੀ ਜਿਹੜੀ ਰਾਈਟ ਡਰਿਲ ਆ ਉਹ ਕਰਾਈ ਗਈ ਹੈ। ਸੋ ਇਹ ਹੁਣ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਕਿਉਂਕਿ ਜਿੰਨੀ ਜ਼ਿਆਦਾ ਪ੍ਰੈਕਟਿਸ ਹੋਏਗੀ ਰਿਫਲੈਕਸਿਸ ਉਹਨੇ ਵਧੀਆ ਹੋਣਗੇ। ਸੋ 2 ਚੀਜ਼ਾਂ ਤੇ ਜਿਹੜਾ ਤੁਹਾਡਾ ਕੁਐਸਚਨ ਹੈ, 2 ਚੀਜ਼ਾਂ ਤੇ ਫੋਕਸ ਕੀਤਾ ਜਾ ਰਿਹਾ। ਇੱਕ ਤਾਂ ਪ੍ਰੋਫਾਈਲ, ਯੂਥ ਪ੍ਰੋਫਾਈਲ ਹੋਵੇ, ਨਵੇਂ ਬੱਚੇ ਜਿਹੜੇ ਆ ਮਤਲਬ ਜਿਹੜੇ ਨਵੇਂ ਯੰਗਸਟਰਸ ਆ ਉਹ ਹੋਣ ਉਹਦੇ 'ਚ, ਔਰ ਦੂਸਰਾ ਉਹਨਾਂ ਦੀ ਵੈਲ ਟ੍ਰੇਨਡ ਹੋਣ ਔਰ ਸਮੇਂ-ਸਮੇਂ ਤੇ ਟ੍ਰੇਨਿੰਗ ਕਰਾਈ ਜਾਵੇ। ਸੋ ਇਹ ਸਾਰੇ ਪਾਰਟ ਅਸੀਂ ਦੇਖਦੇ ਹਾਂ। ਸਿੱਧੂ ਸਾਹਿਬ ਇੱਕ ਸ਼ਿਵ ਸੈਨਾ ਦੇ ਆਗੂ ਨੇ ਖਰੜ ਤੋਂ ਉਹਨਾਂ ਨੇ ਕਿਹਾ ਕਿ ਜਿਹੜਾ ਰਾਹੁਲ ਗਾਂਧੀ ਨੂੰ ਧਮਕੀ ਆ ਰਹੀ ਹੈ, ਸ਼ਿਵ ਸੈਨਾ ਆਗੂ ਨੇ ਖਰੜ ਤੋਂ ਉਹਨਾਂ ਨੇ ਕਿਹਾ ਕਿ ਮੈਨੂੰ ਕਿਸੇ ਦਾ ਬਾਹਰੋਂ ਫੋਨ ਆਇਆ ਕਿ ਉਹਨਾਂ ਨੇ ਕਿਹਾ ਕਿ ਉਸ ਨੂੰ ਵੀ ਮਾਰ ਦਿੱਤਾ ਜਾਵੇਗਾ, ਤੇ ਜਿਹੜੀ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹੈ ਮੈਂ ਉਹਦੇ ਵਿੱਚ ਵੀ ਗੜਬੜ ਕਰੂੰਗਾ, ਉਹਨਾਂ ਨੂੰ ਵੀ ਨਿਸ਼ਾਨਾ ਲਵਾਂਗਾ। ਦੇਖੋ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੀ ਸਿਕਿਉਰਿਟੀ, ਚਾਹੇ ਉਹ ਕਿਸੇ ਪ੍ਰੋਟੈਕਟਿਵ ਦੀ ਸਿਕਿਉਰਿਟੀ ਹੋਵੇ, ਚਾਹੇ ਉਹ ਕਿਸੇ ਫੰਕਸ਼ਨ ਦੀ ਸਿਕਿਉਰਿਟੀ ਹੋਵੇ, ਚਾਹੇ ਕਿਸੇ ਪਰਟੀਕੂਲਰ ਪ੍ਰੋਗਰਾਮ ਦੀ ਸਿਕਿਉਰਿਟੀ ਹੋਵੇ, ਸਾਰੇ ਵਾਸਤੇ ਪੁਲਿਸ 100% ਤਿਆਰ ਆ। ਔਰ ਜੇ ਕਿਸੇ ਨੂੰ ਥ੍ਰੈਟ ਆਉਂਦਾ ਹੈ ਉਹ ਲੋਕਲ ਆਪਣੇ ਪੁਲਿਸ ਅਫੀਸਰਸ ਨੂੰ ਉਹਨਾਂ ਦੇ ਨੋਟਿਸ 'ਚ ਲਿਆਵੇ,
ਜੋ ਕਾਰਵਾਈ ਬਣਦੀ ਉਹ ਵੀ ਹੋਏਗੀ ਔਰ ਸਾਰਿਆਂ ਦੀ ਪ੍ਰੋਟੈਕਸ਼ਨ ਵੀ ਇੰਸ਼ੋਰ ਕੀਤੀ ਜਾਏਗੀ। ਆਈ ਸਾਹਿਬ ਸਭ ਤੋਂ ਜ਼ਿਆਦਾ ਜਿਹੜਾ ਹੈਗੇ ਉਹ ਜੇਲ੍ਹਾਂ 'ਚ ਮੋਬਾਈਲ ਮਿਲਣ ਦਾ ਸਿਲਸਿਲਾ ਕੁਝ ਦਿਨ ਪਹਿਲਾਂ ਵੀ NIA ਨੇ ਅੰਮ੍ਰਿਤਸਰ ਜੇਲ੍ਹ 'ਚ ਵੀ ਦੋ ਪੂਰੇ ਮੋਬਾਈਲਾਂ ਨੂੰ ਰਿਕਵਰ ਕਰਾਇਆ। ਹੁਣ ਆਉਣ ਵਾਲੇ 2023 ਚ ਅਸੀਂ ਉਮੀਦ ਕਰ ਸਕਦੇ ਹਾਂ ਕਿ ਜੇਲ੍ਹਾਂ 'ਚ ਜਿਸ ਤਰ੍ਹਾਂ ਦੇ ਇਹ ਜਿਹੜੇ ਗੈਂਗਸਟਰਾਂ ਦੇ ਜਾਂ ਫਿਰ ਜਿਹੜੇ ਸ਼ਰਾਰਤੀ ਅਨਸਰ ਉਹ ਜਿਹੜੇ ਮੋਬਾਈਲ ਯੂਜ਼ ਕਰਦੇ ਆ, ਕਿਉਂਕਿ ਸਾਰੀ ਗੇਮ ਤਾਂ ਇੱਥੋਂ ਹੀ ਸ਼ੁਰੂ ਹੁੰਦੀ ਹੈ। ਦੇਖੋ ਜੇਲ੍ਹ ਦੇ ਵਿੱਚ ਜਿੱਦਾਂ ਮਾਨਯੋਗ DGP ਸਾਹਿਬ ਨੇ ਉਹ ਦੱਸਿਆ ਸੀਗਾ, ਇੱਕ ਟੈਕਨੋਲੋਜੀ ਜਿਹੜੀ ਆ ਉਹਨੂੰ ਇਨਹਾਂਸ ਕਰ ਰਹੇ ਆ। ਜਿਸ ਤਰ੍ਹਾਂ ਬਠਿੰਡਾ ਜੇਲ੍ਹ ਦੇ ਵਿੱਚ ਕਾਫੀ ਆਪਾਂ ਇਫੈਕਟਿਵ ਜਿਹੜੀ ਆ ਉਹ ਸਰਵੇਲੈਂਸ ਕੀਤੀ ਹੈ, ਬਾਕੀ ਜੇਲ੍ਹ ਵੀ ਕਰ ਰਹੇ ਆ। ਦੂਸਰਾ ਜਿਹੜਾ ਹੈ ਸਰਪ੍ਰਾਈਜ਼ ਚੈਕਿੰਗ ਜਿਹੜੀ ਆ ਹਰ ਲੈਵਲ ਤੇ, ਜ਼ਿਲ੍ਹਾ ਲੈਵਲ ਤੇ ਵੀ ਹੋਵੇ, ਕਦੀ ਕਦੀ ਹੈੱਡਕੁਆਟਰ ਲੈਵਲ ਤੇ ਵੀ ਹੋਵੇ, ਸੋ ਉਹ ਸਰਪ੍ਰਾਈਜ਼ ਚੈਕਿੰਗ ਜਿਹੜੀ ਹੋਰ ਵਧਾਈ ਜਾਏਗੀ। ਤੀਸਰਾ ਸਾਰੀਆਂ ਜੇਲ੍ਸ ਦੀ ਇੱਕ ਵਾਰੀ ਸਿਕਿਉਰਿਟੀ ਰਿਵਿਊ ਕੀਤਾ ਜਾ, ਦੋ ਪੁਲਿਸ ਡਾਇਰੈਕਟਲੀ ਉਹ 'ਚ ਇਨਵੋਲਵ ਨਹੀਂ ਹੈ ਬਟ ਪੁਲਿਸ ਦਾ ਯੋਗਦਾਨ ਹੁੰਦਾ ਹੈ, ਇਨਫੋਰਮੇਸ਼ਨ ਸ਼ੇਅਰਿੰਗ ਆਪਾਂ ਕਰ ਸਕਦੇ ਹਾਂ। ਆਈ ਸਾਹਿਬ ਇਸ ਨਾਲ ਜੁੜੇ ਬਾਤ ਹੈ ਕਿ ਜਿਹੜੇ ਤੁਸੀਂ ਮੈਟਰ ਦਿਖਾਏ ਰਿਲੀਜ਼ ਹੋਇਆ ਸੀ, ਸਿਕਿਉਰਿਟੀ ਡਾਕੂਮੈਂਟ ਇੱਕ ਲੀਕ ਹੋ ਗਿਆ ਸੀ, ਉਸ ਤੋਂ ਬਾਅਦ ਕੀ ਸਾਰੇ VIP ਹੁਣ ਦੁਬਾਰਾ ਉਹਨਾਂ ਦੀ ਐਨਾਲਿਸਿਸ ਹੋ ਚੁੱਕਿਆ ਸਿਕਿਉਰ ਨੇ? ਦੇਖੋ ਉਹੀ ਕਦੇ ਮੈਂ ਦੱਸ ਰਿਹਾ, ਇਹ ਜਿਹੜੀ ਇਨਫੋਰਮੇਸ਼ਨ ਹੁੰਦੀ ਨਾ ਜੀ ਸਿਕਿਉਰਿਟੀ ਰਿਲੇਟਡ, ਇਹ ਪਬਲਿਕ ਡੋਮੇਨ ਤੇ ਸ਼ੇਅਰ ਨਹੀਂ ਕੀਤੀ ਜਾ ਸਕਦੀ ਕਦੇ ਵੀ, ਬਟ ਇੱਕ ਪ੍ਰੋਸੀਜਰ ਹੁੰਦਾ ਹੈ, ਉਹਨੂੰ TPR ਆਪਾਂ ਕਹਿੰਦੇ ਆ, ਥ੍ਰੈਟ ਪਰਸੈਪਸ਼ਨ ਰਿਵਿਊ ਕੀਤਾ ਜਾਂਦਾ ਹੈ। ਸੋ ਜਿਹਨੂੰ ਵੀ ਜ਼ਰੂਰਤ ਆ ਉਹਦੀ TPR ਦੇ ਹਿਸਾਬ ਨਾਲ ਔਰ ਜਿੱਥੇ ਸਾਰਿਆਂ ਤੋਂ ਰਿਪੋਰਟ ਲਈ ਜਾਂਦੀ ਹੈ, ਜਿੱਥੇ ਵੀ ਜ਼ਰੂਰਤ ਹੈਗੀ ਆ ਉਸ ਜ਼ਰੂਰਤ ਦੇ ਅਨੁਸਾਰ ਜਿਹੜੀ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਂਦੀ ਹੈ। ਸਰ ਤੁਸੀਂ ਪਿਛਲਾ ਸਾਰਾ ਲੇਖਾ ਜੋਖਾ ਦਿੱਤਾ, ਪਰ ਡਰੱਗ ਰੈਕਟ ਨਾਲ ਜੁੜੇ ਬਹੁਤ ਸਾਰੇ ਕੌਪਸ ਸੀਗੇ, ਪੁਲਿਸ ਅਧਿਕਾਰੀ ਸੀਗੇ, ਉਹਨਾਂ ਨੂੰ ਫੜਿਆ ਵੀ ਆ, ਕਈਆਂ ਦੇ ਰੈਕਟ ਦੇ ਨਾਲ ਨਾਮ ਵੀ ਜੁੜੇ ਸੀਗੇ ਤੇ ਉਹਨਾਂ ਦੇ LOC ਵੀ ਜਾਰੀ ਕੀਤੇ ਸੀ। ਉਹਦੇ ਬਾਰੇ ਤੁਸੀਂ ਆਪ ਤੁਹਾਡੀ ਭਾਸ਼ਾ 'ਚ ਕਾਲੀਆਂ ਭੇਡਾਂ ਕਹਿੰਦੇ ਵੀ ਹੁੰਦੇ ਹੋ, ਤੇ ਉਹਦੇ ਬਾਰੇ ਵੀ ਥੋੜਾ ਦੱਸ ਦਿਓ ਵੀ ਕਿੰਨੇ ਡਰੱਗਸ ਤੇ ਤਾਂ ਬਹੁਤ ਪਾਲਿਸੀ ਕਲੀਅਰ ਹੈ ਜੀ, ਜਿੱਥੇ ਵੀ ਕੋਈ ਡਰੱਗ ਦੇ ਵਿੱਚ ਇਨਵੋਲਵ ਹੋਏਗਾ ਉਹਦੇ 'ਚ ਸਟ੍ਰਿਕਟ ਡਿਸਪਲਿਨਰੀ ਐਕਸ਼ਨ ਜਿਹੜਾ ਲਿਆ ਜਾਏਗਾ। ਜਿਹੜੇ ਪਿੱਛੇ ਵੀ ਕੋਈ ਵੀ ਪੁਲਿਸ ਅਫੀਸਰ ਜਿੱਥੇ ਵੀ ਇਨਵੋਲਵ ਹੋਇਆ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਗਿਆ ਵਾ। ਉਹ ਕੀ ਐਕਸ਼ਨ ਹੋਏਗਾ ਹੁਣ, ਉਹ ਕਿਉਂਕਿ ਡਿਸਪਲਿਨਰੀ ਇੱਕ ਐਕਸ਼ਨ ਜਿਹੜਾ ਉਹਦੇ 'ਚ ਡਿਸਮਿਸਲ ਵੀ ਆ, ਔਰ ਜਿੱਥੇ ਡਰੱਗਸ ਦੇ ਵਿੱਚ ਡਾਇਰੈਕਟ ਕਿਸੇ ਦੀ ਇਨਵੋਲਵਮੈਂਟ ਆ ਉੱਥੇ ਡਿਸਮਿਸਲ ਤੋਂ ਘੱਟ ਪਨਿਸ਼ਮੈਂਟ ਨਹੀਂ ਹੈਗੀ, ਪਰ ਉਹ ਕਈ ਵਾਰੀ ਪ੍ਰੋਸੀਜਰ ਫੋਲੋ ਕਰਕੇ ਕਰਨਾ ਪੈਂਦਾ ਹੈ, ਕਈ ਵਾਰੀ ਸਰਕਮਸਟੈਂਸਿਸ ਐਕਸਟਰਾ ਆਰਡੀਨਰੀ ਹੋਣ ਤਾਂ ਡਾਇਰੈਕਟ ਹੋ ਜਾਂਦਾ ਹੈ, ਬਟ ਕਮ ਸੇ ਕਮ ਪਨਿਸ਼ਮੈंट डिसमिसल होगी। आईजी साहब देखिए मैं जैसे पहले कह चुका हूँ, हमारी तरफ से हम फुली प्रिपेयर्ड हैं। जितने भी प्रोग्राम है, चाहे वो क्रिसमस का था, न्यू ईयर का था, या कोई भी किसी तरह का कोई प्रोग्राम है, उसमें हम प्रॉपर एनालिसिस करते हैं। हमारा जो सिक्योरिटी विंग है जिसपे ADGP सिक्योरिटी हेड करते हैं, उसको हर इवेंट को हम सीरियसली देखते हैं। तो पंजाब में सिक्योरिटी पे हम कभी कॉम्प्रोमाइज़ नहीं करते हैं, चाहे किसी की भी सिक्योरिटी हो। ਸਰ ਇਹ ਸਿੱਧੂ ਮੂਸੇਵਾਲੇ ਦੇ ਫਾਦਰ ਲਾਈ ਹੋਈ ਹੈ, ਕੋਈ ਥ੍ਰੈਟ ਸੀਗੀ ਜਾਂ ਕਿਸ ਤਰ੍ਹਾਂ ਦੀ ਕੋਈ ਜਿਹੜੀ देखो ये चीज़ा ना ये राठी जी ये चीज़ें शेयर नहीं की जा सकती पब्लिक डोमेन। ਗਿੱਲ ਸਾਹਿਬ लास्ट मतलब मेन यही है कि सिक्योरिटी ਜਿਹੜੀ ਆ ਉਹ ਮੇਨਟੇਨ ਕਰਨਾ ਸਾਡੀ ਰਿਸਪੌਂਸਿਬਿਲਿਟੀ। ਗਿੱਲ ਸਾਹਿਬ ਥਾਣਿਆਂ ਦੇ ਵਿੱਚ ਜਿਹੜੀ ਨਫਰੀ ਆ ਉਹ ਬਹੁਤ ਘੱਟ ਹੈ ਜੀ। ਕਈ ਸਾਲਾਂ ਤੋਂ ਜਿਹੜੀ ਪਿਛਲੀ ਸਰਕਾਰ ਆ, ਅਕਾਲੀ ਦਲ ਨੇ ਵੀ ਕਿਹਾ ਸੀਗਾ, ਕਾਂਗਰਸ ਨੇ ਵੀ ਕਿਹਾ ਕਿ ਜਿਹੜੇ ਪੁਲਿਸ ਮੁਲਾਜ਼ਮ ਆ ਉਹਨਾਂ ਨੂੰ ਹਫ਼ਤਾਵਾਰੀ ਜਿਹੜੀ ਛੁੱਟੀ ਆ ਅਸੀਂ ਉਹ ਦੇਵਾਂਗੇ। ਉਹ 1-2 ਹਫ਼ਤੇ ਚੱਲਦੇ ਆ, ਉਹਦੇ ਬਾਅਦ ਇਹ ਫਿਰ ਬੰਦ ਹੋ ਜਾਂਦੀ ਹੈ। ਕੋਈ ਅਜਿਹੀ ਪੰਜਾਬ ਪੁਲਿਸ ਦੀ ਯੋਜਨਾ ਹੈ? ਦੇਖੋ ਜਿਹੜੀ ਨਫਰੀ ਦੀ ਗੱਲ ਹੈ, ਦੇਖੋ ਸਾਡੀ ਹੁਣ 4300 ਦੀ ਭਰਤੀ, 4326 ਦੀ ਭਰਤੀ ਹੁਣੇ ਹੋਈ ਆ। ਉਹ ਸਾਰੇ ਜਿਹੜੇ ਆ ਉਹ ਟ੍ਰੇਨਿੰਗ ਕਰ ਰਹੇ ਆ, ਜਿਹੜੇ ਸਾਡੇ ਨਵੇਂ ਰਿਕਰੂਟਸ ਨੇ ਉਹ ਟ੍ਰੇਨਿੰਗ ਕਰ ਰਹੇ ਆ। ਫਿਰ ਸਾਡੀ ਕਰੀਬ 5500 ਦੀ ਭਰਤੀ ਦੀ ਜਿਹੜੀ ਪ੍ਰੋਸੈਸ ਆ ਆਲਰੇਡੀ ਚੱਲ ਰਿਹਾ ਵਾ, ਜਿਹਦੇ 'ਚ ਸਬ ਇੰਸਪੈਕਟਰ ਵੀ ਨੇ, ਕਾਂਸਟੇਬਲ ਵੀ ਨੇ, ਹੈੱਡ ਕਾਂਸਟੇਬਲ ਵੀ ਨੇ। ਇਸ ਤੋਂ ਇਲਾਵਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕੀਤਾ ਸੀਗਾ ਕਿ ਹਰ ਸਾਲ 2100 ਦੀ ਭਰਤੀ ਹਰ ਸਾਲ ਹੋਏਗੀ, ਜਿਹਦੇ ਵਿੱਚ 1800 ਕਾਂਸਟੇਬਲ ਤੇ 300 ਸਬ ਇੰਸਪੈਕਟਰ ਦੀ ਭਰਤੀ ਹੋਏਗੀ, ਜਿਹਦਾ ਅਸੀਂ ਜਨਵਰੀ ਦੇ ਵਿੱਚ ਜਿਹੜਾ ਐਡਵਰਟਾਈਜ਼ਮੈਂਟ ਦੇਵਾਂਗੇ ਹੁਣ, ਔਰ ਉਹਦੇ 'ਚ 1800 ਕਾਂਸਟੇਬਲ ਔਰ 300 ਸਬ ਇੰਸਪੈਕਟਰ ਦੀ ਭਰਤੀ ਹੋਏਗੀ। ਸੋ ਇਹ ਜਿਹੜੀ ਜਦੋਂ 4000 ਮੈਂ ਇੱਕ ਕਹਿ ਰਿਹਾ, ਕਰੀਬ 10000 ਹੋਗੀ ਜਿਹੜੀ 2022 ਦੇ ਵਿੱਚ, ਔਰ ਉਸ ਤੋਂ ਬਾਅਦ 2100 ਜਿਹੜੀ ਹੋਗੀ 2023 ਦੇ ਵਿੱਚ। ਸੋ ਉਹਦੇ ਨਾਲ ਕਾਫੀ ਕੁਆਂਟੀਟੀ ਦੇ ਵਿੱਚ ਜਿਹੜੇ ਸਾਡੇ ਕਾਂਸਟੇਬਲਸ ਆ ਟ੍ਰੇਨਿੰਗ ਕਰਕੇ ਆ ਜਾਣਗੇ। ਹੋਰ 3-4 ਮਹੀਨੇ ਤੱਕ ਜਿਹੜੇ ਹੁਣ ਟ੍ਰੇਨਿੰਗ ਕਰ ਰਹੇ ਆ ਉਹ ਜਲਦੀ ਜ਼ਿਲ੍ਹਿਆਂ ਦੇ ਵਿੱਚ ਆ ਜਾਣਗੇ। ਉਹਦੇ ਨਾਲ ਕਾਫੀ ਜਿਹੜੇ ਆ ਭਰੇ ਜਾਣਗੇ, ਜਿਹੜੇ ਆਪਣੇ ਥਾਣਿਆਂ ਦੇ ਵਿੱਚ ਜਿੱਥੇ ਨੌਕਰੀ ਘੱਟ ਆ ਉਹ ਭਰਿਆ ਜਾਏਗਾ। ਵੀਕਲੀ ਜਿਹੜਾ ਛੁੱਟੀ ਦਾ ਹੈ, ਦੇਖੋ ਕਿਸੇ ਨੂੰ ਬਾਹਰ ਨਹੀਂ ਹੈ ਜੀ, SSP CPs ਆਪਣੇ ਲੈਵਲ ਤੇ ਡਿਸਾਈਡ ਕਰਦੇ ਆ, ਕਿਸੇ ਨੂੰ ਬਾਹਰ ਨਹੀਂ ਹੈ, ਉਹ ਵੀਕਲੀ ਛੁੱਟੀ ਦੇ ਸਕਦੇ ਆ, ਔਰ ਹਰ ਇੱਕ ਨੂੰ ਛੁੱਟੀ ਮਿਲਦੀ ਜ਼ਰੂਰ ਆ ਪੁਲਿਸ ਮੁਲਾਜ਼ਮ ਨੂੰ। ਇਹ ਹੈ ਕਿ परमानेंट एक छुट्टी कई बार नहीं होती, बट हर एक है कि हफ्ते कम से कम एक छुट्टी हर एक को मिले, और दी भी जा रही है। असी भी जिले जो काम करते असी भी देंगे रहे हर एक को, बट वो
ਉਹ ਕਿਉਂਕਿ ਇਹ ਮਾਈਕਰੋ ਮੈਨੇਜਮੈਂਟ ਇਸ ਲੈਵਲ ਤੋਂ ਨਹੀਂ ਹੋ ਸਕਦੀ। ਉਹ ਲੋਕਲ ਪੁਲਿਸ, ਡਿਸਟ੍ਰਿਕਟ ਪੁਲਿਸ ਨੇ ਹੀ ਫੈਸਲਾ ਕਰਨਾ ਕਿ ਕਿਸ ਨੂੰ ਕਿਸ ਦਿਨ ਛੁੱਟੀ ਦੇਣੀ, ਪਰ ਉਹ ਕਰਦੇ ਹੈਗੇ ਆਪਾਂ, ਐਸਾ ਨਹੀਂ ਕਿ ਨਹੀਂ ਹੁੰਦੀ। ਆਈਜੀ ਸਾਹਿਬ ਜਿਹੜੇ ਮਾਮਲੇ ਤੁਸੀਂ ਗਿਣਾਏ ਨੇ ਮਰਡਰ ਦੇ ਜਾਂ ਅਟੈਂਪਟ ਟੂ ਮਰਡਰ ਦੇ, ਉਹਨਾਂ ਚੋਂ ਕਿੰਨੇ ਮਾਮਲੇ ਨੇ ਜਿਹੜੇ ਡਾਇਰੈਕਟਲੀ ਜੇਲ੍ਹਾਂ ਦੇ ਨਾਲ ਜੁੜੇ ਨੇ, ਜਿਨ੍ਹਾਂ ਦਾ ਲਿੰਕ ਜੇਲ੍ਹਾਂ ਦੇ ਨਾਲ? ਨਹੀਂ, ਇਦਾਂ ਦਾ ਮੇਰੇ ਕੋਲ ਅਲੱਗ ਤੋਂ ਡਾਟਾ ਨਹੀਂ ਹੈਗਾ, ਕੋਈ ਬਹੁਤ ਜ਼ਿਆਦਾ ਕੁਆਂਟੀਟੀ ਨਹੀਂ ਹੈਗੀ ਜੀ, ਕੁਝ ਪੁਆਇੰਟ ਕੁਝ ਪਰਸੈਂਟ ਹੀ ਹੋਣਗੇ। ਆਈਜੀ ਸਾਹਿਬ ਇੱਕ ਜਿਹੜੇ ਅਸਲੇ ਸੀਗੇ ਉਹਨਾਂ ਦੀ ਉੱਤੇ ਰਿਵਿਊ ਕਰਨ ਵਾਸਤੇ ਕਿਹਾ ਗਿਆ ਸੀ, ਉਹ ਕਿੱਥੇ ਤੱਕ ਪਹੁੰਚੇ ਤੇ ਕਿੰਨੇ ਜਿਹੜੇ ਨੇ ਉਹ ਰੱਦ ਹੋਏ ਨੇ? ਇਹਦੇ 'ਚ ਇਹ ਵੀ ਬੜਾ ਹਾਈ ਸਿਕਿਉਰਿਟੀ ਇਸ਼ੂ ਹੈਗਾ। ਇਹ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਕਿਹਦਾ ਵੈਪਨ ਜਿਹੜਾ ਸੀ ਲਾਇਸੈਂਸ ਕੈਂਸਲ ਕੀਤਾ ਗਿਆ, ਕਿੰਨੇ ਕੈਂਸਲ ਕੀਤਾ। ਮੈਂ ਮੇਰੀ ਗੱਲ ਪੂਰੀ ਹੋ ਲੈਂਦਾ। 3 ਮਹੀਨੇ ਦਾ ਟਾਈਮ ਦਿੱਤਾ ਗਿਆ ਹੈ। ਉਹਦੇ 'ਚ ਨਾ ਕਈ ਵਾਰੀ ਆਪਾਂ ਬਹੁਤ ਕਾਹਲੀ, ਸਾਨੂੰ ਵੀ ਸਾਰਿਆਂ ਨੂੰ ਹੁੰਦਾ ਵੀ ਫਟਾਫਟ ਪਤਾ ਲੱਗ ਜਾਵੇ। ਸੋ 3 ਮਹੀਨੇ ਦਾ ਟਾਈਮ ਜਿਹੜਾ ਉਹ 'ਚ ਕਰੀਬ ਅਜੇ 1 ਮਹੀਨਾ ਹੋਇਆ, 2 ਮਹੀਨੇ ਹੋਰ ਲੱਗਣਗੇ ਜੀ। ਆਈਜੀ ਸਾਹਿਬ ਉਹ ਤਾਂ ਪਹਿਲਾਂ ਤੁਹਾਡੇ ਪ੍ਰਸ਼ਾਸਨ ਹੀ ਦੱਸ ਰਹੇ ਸੀ ਨਾ ਵੀ ਇੰਨੇ ਅਸੀਂ ਕਰਾਂਗੇ। ਮੈਂ ਉਸ ਤੇ ਨਹੀਂ ਜਾ ਰਿਹਾ। ਮੈਂ ਇਹ ਕਹਿ ਰਿਹਾ ਕਿ ਜਦੋਂ ਵੈਪਨ ਜਿਹੜਾ ਕਿਸੇ ਦਾ ਆਪਾਂ ਲਾਇਸੈਂਸ ਜਦੋਂ ਆਪਾਂ ਉਹਨੂੰ ਰਿਵਿਊ ਕਰਦੇ ਹਾਂ ਨਾ, ਕੈਂਸਲ ਕਰਨ ਦਾ ਵੀ ਇੱਕ ਪ੍ਰੋਸੀਜਰ ਹੁੰਦਾ ਹੈ, ਸਸਪੈਂਡ ਕਰਨ ਦਾ ਵੀ ਇੱਕ ਪ੍ਰੋਸੀਜਰ ਹੁੰਦਾ ਹੈ। ਸੋ ਉਹ ਫਿਗਰਸ ਜੇ ਕਿਸੇ ਸਟੇਜ ਤੇ ਲੱਗਣਗੇ ਕਿ ਸ਼ੇਅਰ ਕਰਨ ਦੇ ਕਾਬਿਲ ਹੈਗੀਆਂ, ਫਿਰ ਜ਼ਰੂਰ ਸ਼ੇਅਰ ਕਰਾਂਗੇ। ਆਈਜੀ ਸਾਹਿਬ ਇਹਦੇ ਨਾਲ ਹੀ ਜੁੜਿਆ ਸਵਾਲ ਹੈ, ਉਹ ਜੀਰਾ ਫੈਕਟਰੀ ਦੇ ਅੱਗੇ ਧਰਨਾ ਲੱਗਿਆ ਹੋਇਆ, ਬਹੁਤ ਸਾਰੇ ਕਿਸਾਨਾਂ ਨੇ ਗੱਲ ਕਹੀ ਹੈ ਕਿ ਹੁਣ ਸਾਡੇ ਨਾਲ ਕਿੜ ਕੱਢੀ ਜਾ ਰਹੀ ਹੈ, ਸਾਡੇ ਜਿਹੜੇ ਉਹ ਹੈਗੇ ਨੇ ਲਾਇਸੈਂਸ ਉਹਨਾਂ ਨੂੰ ਰੱਦ ਕਰ ਰਹੀ ਹੈ ਪੁਲਿਸ। ਕੀ ਇਹੋ ਜਿਹੀ ਕੋਈ ਗੱਲ? ਦੇਖੋ, ਮੈਂ ਸਿੰਪਲ ਦੁਬਾਰਾ ਉਹੀ ਰਿਪੀਟ ਕਰ ਰਿਹਾ ਕਿ ਲਾਇਸੈਂਸ ਕੈਂਸਲ ਕਰਨ ਦਾ ਇੱਕ ਪ੍ਰੋਸੀਜਰ ਹੁੰਦਾ ਹੈ। ਉਹ ਆਰਮਜ਼ ਐਕਟ ਦੇ ਵਿੱਚ ਇੱਕ ਸੈਕਸ਼ਨ ਹੈਗਾ ਹੈ, ਪ੍ਰੋਬੇਬਲੀ ਸੈਕਸ਼ਨ 17, ਉਹ 'ਚ ਪੂਰਾ ਪ੍ਰੋਸੀਜਰ ਲਿਖਿਆ ਹੋਇਆ ਹੈ। ਕਿਸੇ ਦਾ ਵੀ ਲਾਇਸੈਂਸ ਸਸਪੈਂਡ ਜਾਂ ਕੈਂਸਲ ਕੀਤਾ ਜਾਂਦਾ ਪ੍ਰੋਸੀਜਰ ਦੇ ਮੁਤਾਬਕ ਕੀਤਾ ਜਾਂਦਾ, ਕਿਸੇ ਦਾ ਆਰਬਿਟਰਲੀ ਲਾਇਸੈਂਸ ਕੈਂਸਲ ਨਹੀਂ ਕੀਤਾ ਜਾਂਦਾ। ਜਿਹੜਾ ਤੁਸੀਂ ਸਪੈਸੀਫਿਕ ਜਗ੍ਹਾ ਦੱਸ ਰਹੇ ਹੋ ਜਿਹੜੀ ਜਿੱਥੇ ਧਰਨਾ ਲੱਗਿਆ ਹੋਇਆ, ਕੋਈ ਇਦਾਂ ਦੀ ਮਨਸ਼ਾ ਨਹੀਂ ਹੈ। ਔਰ ਸਾਰੇ ਆਪਣੇ ਹੀ ਲੋਕ ਹੈ ਜੀ, ਸਾਰੇ ਪੰਜਾਬ ਦੇ ਵਾਸੀ ਆ, ਸਾਰੇ ਆਪਣੇ ਲੋਕ ਆ, ਸਾਰੇ ਆਪਣੇ ਵਿੱਚੋਂ ਆ, ਇਸ ਤਰ੍ਹਾਂ ਦੀ ਕੋਈ ਮਨਸ਼ਾ ਨਹੀਂ ਹੈਗੀ। ਅਦਰਵਾਈਜ਼ ਵੀ ਲਾਇਸੈਂਸ ਕੈਂਸਲ ਕਰਨ ਦਾ ਇੱਕ ਪ੍ਰੋਸੀਜਰ ਹੈ। ਸਿਕਿਉਰਿਟੀ ਦੇ ਮੱਦੇਨਜ਼ਰ ਜਿਵੇਂ ਖਾਸ ਤੌਰ ਤੇ ਅਗਰ ਦੇਖਿਆ ਜਾਏ 47 ਇਹਦੇ ਵਿੱਚ ਪਿਛਲੇ ਬਾਰੇ ਪਿਛਲੇ ਸਵਾਲ ਕੀਤਾ ਸੀ ਕਿ ਐਕਸਪੈਕਟ ਕੀ ਮੰਗ ਕਰਦੇ ਕਈ ਜਵਾਨ ਵੀ ਨੇ, ਉਹ ਕਹਿੰਦੇ ਨੇ ਵੀ ਮੂਵ ਕਰਨੀ ਸੌਖੀ ਹੋ ਜਾਂਦੀ ਹੈ ਸਾਨੂੰ, ਤਾਂ ਅਗਰ ਜੇ ਗੱਡੀ ਦੇ ਵਿੱਚ, ਕਿਉਂਕਿ ਜ਼ਿਆਦਾਤਰ ਪ੍ਰਾਈਵੇਟ ਗੱਡੀਆਂ ਹੁੰਦੀਆਂ ਸਾਡੇ ਕੋਲ ਵੀ, ਸਾਨੂੰ ਸਮਝ ਨਹੀਂ ਆਉਂਦੀ, ਮੂਵ ਕਰਨੀ ਵੀ ਔਖੀ ਹੁੰਦੀ ਹੈ, ਗਨ ਰੱਖਣੀ ਹੁੰਦੀ ਹੈ, ਇਹ ਸਾਰੀ ਚੀਜ਼ ਨੂੰ ਕਿਵੇਂ? ਇਸ ਚੀਜ਼ ਤੇ ਮੈਂ ਟਿੱਪਣੀ ਨਹੀਂ ਦੇ ਸਕਦਾ, ਪਰ AK-47 ਤੋਂ ਇਫੈਕਟਿਵ ਵੈਪਨ ਮੇਰੀ ਨੌਲੇਜ ਦੇ ਹਿਸਾਬ ਨਾਲ ਕੋਈ ਨਹੀਂ ਹੈਗਾ। ਸਭ ਤੋਂ ਇਫੈਕਟਿਵ ਵੈਪਨ ਕਿਸੇ ਵੀ ਤਰ੍ਹਾਂ ਵਾਸਤੇ, ਮਤਲਬ ਸੈਲਫ ਡਿਫੈਂਸ ਜਿਸ ਤੋਂ ਇਫੈਕਟਿਵ ਵੈਪਨ ਕੋਈ ਨਹੀਂ ਹੈਗਾ। ਕਿਸੇ ਦੀ ਕੋਈ ਸਪੈਸੀਫਿਕ ਰਿਕੁਆਇਰਮੈਂਟ ਹੋਊਗੀ ਤਾਂ ਪੂਰੀ ਕੀਤੀ ਜਾ ਸਕਦੀ, ਬਟ ਮੇਰਾ ਪਰਸਨਲ ਓਪੀਨੀਅਨ ਹੈ ਕਿ AK-47 ਸਭ ਤੋਂ ਇਫੈਕਟਿਵ ਹੈ, ਚਾਹੇ ਕਿਸੇ ਵੀ ਸਿਨੈਰੀਓ 'ਚ ਤੁਸੀਂ ਦੇਖੋ। ਸਰ ਨਵੇਂ ਸਾਲ ਨੂੰ ਲੈ ਕੇ ਕਿਸ ਤਰ੍ਹਾਂ ਅਰੇਂਜਮੈਂਟ ਕਰਨ ਵਾਲੇ, ਕਿਉਂਕਿ ਕਿਸੇ ਤਰ੍ਹਾਂ ਦਾ ਕੋਈ ਨਵੇਂ ਸਾਲ ਨੂੰ ਲੈ ਕੇ ਇੱਕ ਤਾਂ ਜਿਹੜੇ ਵੱਡੇ ਜ਼ਿਲ੍ਹੇ ਆ ਸਾਡੇ, ਕਿਉਂਕਿ ਜ਼ਿਆਦਾ ਐਕਟੀਵਿਟੀ ਜਿਹੜੀ ਆ ਉਹ ਵੱਡੇ ਸ਼ਹਿਰਾਂ ਦੇ ਵਿੱਚ ਹੁੰਦੀ ਹੈ, ਜਿੱਦਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਜਾਂ ਜਦੋਂ ਆਪਾਂ ਸੈਕੰਡ ਰੰਗ ਦੀ ਗੱਲ ਕਰੀਏ ਤਾਂ ਬਠਿੰਡਾ, ਪਟਿਆਲਾ ਉਹਨਾਂ ਦੇ ਵਿੱਚ ਆ ਜਾਂਦੇ ਆ। ਸੋ ਉਹਦੇ 'ਚ ਸਾਰੇ SSP ਤੇ CP ਸਾਹਿਬਾਨ ਨੂੰ ਫੋਰਸ ਦੀ ਰਿਕੁਆਇਰਮੈਂਟ ਅਸੀਂ ਉਹਨਾਂ ਤੋਂ ਮੰਗਦੇ ਹਾਂ, ਉਹਨਾਂ ਦੀ ਪ੍ਰੋਜੈਕਟ ਕਰ ਦਿੰਦੇ ਆ, ਉਹ ਕੀਤੀ ਹੋਈ ਹੈ ਪ੍ਰੋਜੈਕਟ ਉਹਨਾਂ ਨੇ। ਜਿਸ ਤਰ੍ਹਾਂ ਦੀ ਰਿਕੁਆਇਰਮੈਂਟ ਹੋਏਗੀ ਕਿਸੇ ਦੀ, ਉਸ ਤਰ੍ਹਾਂ ਦਾ ਉਹਨੂੰ ਫੋਰਸ ਪ੍ਰੋਵਾਈਡ ਕੀਤੀ ਜਾਏਗੀ। ਸਭ ਤੋਂ ਜ਼ਿਆਦਾ ਫੋਕਸ ਜਿਹੜਾ ਵਾ ਉਹ ਬੇਸਿਕਲੀ ਕਰਾਊਡਡ ਪਲੇਸਿਸ ਦੇ ਉੱਤੇ, ਜਿਹਦੇ ਵਿੱਚ ਮੇਨ ਮਾਰਕੀਟਸ ਆ ਜਾਂਦੀਆਂ ਹੈ, ਜਾਂ ਜਿੱਥੇ ਜਿਹੜੇ ਸ਼ਹਿਰ ਦੇ ਵਿੱਚ ਪ੍ਰੋਗਰਾਮ ਹੁੰਦਾ ਹੈ। ਫੋਰ ਐਗਜ਼ਾਮਪਲ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਲਾਰੈਂਸ ਰੋਡ ਤੇ ਜ਼ਿਆਦਾ ਹੁੰਦਾ ਸੀਗਾ, ਕੁਝ ਸਾਲਾਂ ਤੋਂ ਜ਼ਿਆਦਾ ਰਣਜੀਤ ਐਵੀਨਿਊ ਏਰੀਆ ਦੇ ਵਿੱਚ ਜ਼ਿਆਦਾ ਹੁੰਦਾ ਹੈ। ਸਿਮਿਲਰਲੀ ਲੁਧਿਆਣਾ ਦੇ ਵਿੱਚ ਸਰਾਭਾ ਨਗਰ ਏਰੀਆ ਦੇ ਵਿੱਚ ਜ਼ਿਆਦਾ ਹੁੰਦਾ ਹੈ, ਪਰ ਹੁਣ ਜਿਹੜੇ ਨਵੇਂ ਮਾਲਸ ਬਣ ਗਏ ਆ ਉਸ ਏਰੀਆ ਤੇ ਕਾਫੀ ਹੁੰਦਾ ਹੈ। ਸੋ ਉਹ ਸਾਰੀ ਜਗ੍ਹਾ ਤੇ ਪੁਖਤਾ ਪ੍ਰਬੰਧ ਹੋਣਗੇ। ਇਸ ਤੋਂ ਇਲਾਵਾ ਦੂਜਾ ਜਿਹੜਾ ਸਾਡਾ ਫੋਕਸ ਆ ਸਿਕਿਉਰਿਟੀ ਐਸਟੈਬਲਿਸ਼ਮੈਂਟਸ ਦੇ ਉੱਤੇ, ਚਾਹੇ ਉਹ ਜਿਹੜੀਆਂ ਨੇ ਡਿਫੈਂਸ ਰਿਲੇਟਡ ਐਸਟੈਬਲਿਸ਼ਮੈਂਟਸ ਹੋਣ, ਚਾਹੇ ਪੁਲਿਸ ਰਿਲੇਟਡ ਐਸਟੈਬਲਿਸ਼ਮੈਂਟ ਹੋਣ, ਉਹਨਾਂ ਦੇ ਉੱਤੇ ਕਾਫੀ ਫੋਕਸ ਰਹਿੰਦਾ ਹੈ ਕਿ ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈ, ਕਿਉਂਕਿ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਕੁਝ ਸਾਲ ਪਹਿਲਾਂ, ਉਹਦੇ ਮੱਦੇਨਜ਼ਰ ਵੀ ਸਿਕਿਉਰਿਟੀ ਦੇ ਅਰੇਂਜਮੈਂਟ ਜਿਹੜੇ ਕੀਤੇ ਜਾਂਦੇ ਆ। ਸਰ ਆਪਰੇਸ਼ਨ ਈਗਲ ਤੁਸੀਂ ਚਲਾਇਆ ਸੀ, ਲੱਗਦਾ ਤੁਹਾਨੂੰ ਕਿਸ ਤਰ੍ਹਾਂ ਦਾ ਇਹ ਆਪਰੇਸ਼ਨ ਚੱਲ ਰਿਹਾ ਨਾ ਕਿ ਇਹਦਾ ਫਾਇਦਾ ਹੋਇਆ ਕੁਝ ਜਿਹੜਾ? ਬਿਲਕੁਲ ਹੁੰਦਾ ਹੈ ਜੀ, ਜਿੱਦਾਂ ਆਪਾਂ ਕੋਆਰਡੀਨੇਟ ਸਰਚ ਆਪਰੇਸ਼ਨ ਅਸੀਂ ਕਾਫੀ ਵਾਰੀ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਹੈ, ਆਪਰੇਸ਼ਨ ਈਗਲ ਚਲਾਇਆ। ਉਹਦਾ ਮੇਨ ਮੋਟਿਵ ਹੁੰਦਾ ਕਿ ਹੈੱਡਕੁਆਰਟਰ ਤੋਂ ਸੀਨੀਅਰ ਆਫੀਸਰ ਦੀ ਡਿਊਟੀ ਲੱਗਦੀ ਹੈ। ਸਾਰੇ ਆਫੀਸਰ ਬੜੇ ਕੈਪੇਬਲ ਨੇ, ਜਿਹੜੇ ਜ਼ਿਲ੍ਹਿਆਂ 'ਚ ਲੱਗੇ ਸਾਰੇ ਆਫੀਸਰ ਕੈਪੇਬਲ ਹੁੰਦੇ ਆ, ਸਾਰੇ ਆਪਣੇ ਆਪ ਵਧੀਆ ਡਿਸੀਜਨ ਲੈਂਦੇ ਆ, ਪਰ ਕਈ ਵਾਰੀ ਉੱਤੋਂ ਕੋਈ ਸੀਨੀਅਰ ਆਫੀਸਰ ਜਾਵੇ ਤਾਂ ਸੀਰੀਅਸਨੈਸ ਇਨਕਰੀਜ਼ ਹੁੰਦੀ ਹੈ ਉਹਦੇ ਨਾਲ। ਸੋ ਆਪਰੇਸ਼ਨ ਈਗਲ 'ਚ ਵੀ, ਈਵਨ ਕੋਆਰਡੀਨੇਟ ਸਰਚ ਆਪਰੇਸ਼ਨਸ ਦੇ ਵਿੱਚ ਵੀ
ਸਾਰੀ ਜਗ੍ਹਾ 'ਚ ADGP IG ਲੈਵਲ ਦੇ DIG ਲੈਵਲ ਦੇ ਆਫੀਸਰ ਗਏ ਆ। ਲੋਕਾਂ 'ਚ ਵੀ ਇੱਕ ਬੜਾ ਵਧੀਆ ਮੈਸੇਜ ਆਉਂਦਾ ਹੈ, ਸੈਂਸ ਆਫ ਸਿਕਿਉਰਿਟੀ ਦਾ ਮੈਸੇਜ ਆਉਂਦਾ ਹੈ, ਪਲੱਸ ਰਿਕਵਰੀਜ਼ ਵੀ ਕਾਫੀ ਸਾਰੀਆਂ ਹੁੰਦੀਆਂ। ਸੋ ਆਈ ਫੀਲ ਵੀ ਫੀਲ ਐਜ਼ ਅ ਪੰਜਾਬ ਪੁਲਿਸ ਕਿ ਇਹਦਾ ਕਾਫੀ ਸਾਨੂੰ ਮਤਲਬ ਇਹਦਾ ਪੋਜ਼ਿਟਿਵ ਇਫੈਕਟ ਦੇਖਣ 'ਚ ਆਇਆ ਹੈ। ਪਿਛਲੇ ਸਮੇਂ ਦੌਰਾਨ ਜਿਹੜੀ ਹੈਗੀ ਆ ਪੁਲਿਸ ਨੇ ਆਪਣੀ ਜਿਹੜੀ ਕਾਰਜਸ਼ੈਲੀ ਆ ਉਹਦੇ ਵਿੱਚ ਬੜਾ ਚੇਂਜ ਕੀਤਾ ਵਾ ਲੋਕਾਂ ਦੇ ਨੇੜੇ ਲਿਆਉਣ ਨੂੰ, ਕਿਉਂਕਿ ਪਿੱਛੇ ਕਾਲੇ ਦਿਨਾਂ ਦੇ ਦੌਰਾਨ ਬੜੇ ਕਲੰਕ ਲੱਗੇ ਹੋਏ ਸੀ। ਪਰ ਆ ਥੋੜੇ ਦਿਨ ਪਹਿਲਾਂ ਜਲੰਧਰ ਦੇ ਵਿੱਚ ਲਤੀਫਪੁਰੇ ਦੇ ਵਿੱਚ ਇੱਕ ਪੁਲਿਸ ਅਫਸਰ ਵੱਲੋਂ ਬਹੁਤ ਜਿੰਨੀ ਸੋਸ਼ਲ ਮੀਡੀਆ ਤੇ ਘੁੰਮੀ ਉਹ ਗੰਦੀਆਂ ਗਾਲਾਂ ਤੱਕ ਕੱਢੀਆਂ ਗਈਆਂ, ਉਹਦੇ ਖਿਲਾਫ ਜਿਹੜੀ ਕਿ ਜਿਨਕੇ ਪੁਲਿਸ ਤੇ ਵੀ ਇੱਕ ਧੱਬਾ ਲੱਗਿਆ ਦੁਬਾਰਾ ਪੁਲਿਸ ਦਾ ਇੱਕ ਕਮਿਊਨਿਟੀ ਅਫੇਅਰਸ ਡਿਵੀਜ਼ਨ ਬਣੀ ਹੈ। ਕੋਈ ਟਾਈਮ ਹੁੰਦਾ ਸੀਗਾ ਜਦੋਂ ਲੋਕੀ ਥਾਣੇ 'ਚ ਵੈਰੀਫਿਕੇਸ਼ਨ ਕਰਾਉਣ ਜਾਣਾ ਪੈਂਦਾ ਸੀਗਾ, ਜਾਂ ਇੰਟਰਫੇਸ ਜਿਹੜਾ ਸੀਗਾ ਉਹ ਬੜਾ ਅਲੱਗ ਤਰ੍ਹਾਂ ਦਾ ਹੁੰਦਾ ਸੀਗਾ। ਇਹ ਜਿਹੜਾ ਕਮਿਊਨਿਟੀ ਅਫੇਅਰਸ ਡਿਵੀਜ਼ਨ ਦੀ ਮੈਂ ਗੱਲ ਕਰਦਾ, ਉਹ 'ਚ ਆਪਾਂ ਦੇਖਿਆ ਸਾਂਝ ਕੇਂਦਰ ਬਣੇ ਹੋਏ ਆ। ਹੁਣ ਮਤਲਬ ਤੁਸੀਂ ਵੀ ਇਹ ਪ੍ਰੈਕਟੀਕਲੀ ਮਹਿਸੂਸ ਕੀਤਾ ਹੋਣਾ ਕਿ ਪਾਸਪੋਰਟ ਵੈਰੀਫਿਕੇਸ਼ਨ ਪਹਿਲਾਂ ਕੋਈ ਵਰਦੀ 'ਚ ਬੰਦਾ ਆਉਂਦਾ ਸੀ, ਹੁਣ ਸਿਵਲ ਡਰੈਸ 'ਚ ਕੋਈ ਬੰਦਾ ਆਉਂਦਾ ਹੈ, ਐਂਡ ਉਹ ਬੜਾ ਫਰੈਂਡਲੀ ਵੇ ਦੇ ਵਿੱਚ ਆਉਂਦਾ ਹੈ। ਸੋ ਇਹ ਜਿਹੜਾ ਟਾਈਮ ਆ ਨਾ, ਜਦੋਂ ਆਪਾਂ 80s ਤੋਂ 90s ਤੋਂ ਹੁਣ ਟਾਈਮ ਚੇਂਜ ਹੋ ਰਿਹਾ। ਜਿਹੜੇ ਇਨਸੀਡੈਂਟ ਤੇ ਤੁਸੀਂ ਗੱਲ ਕਰ ਰਹੇ ਹੋ, CP ਜਲੰਧਰ ਨੂੰ ਆਲਰੇਡੀ DGP ਸਾਹਿਬ ਨੇ ਕਿਹਾ, ਉਹ ਦੇਖ ਰਹੇ ਸਾਰਾ। ਕਈ ਵਾਰੀ ਹਰ ਚੀਜ਼ ਨੂੰ ਨਾ ਹੋਲਿਸਟਿਕ ਦੇਖਣਾ ਹੁੰਦਾ ਹੈ। ਸੋ ਜੋ ਉਹ 'ਚ ਬਣਦੀ ਕਾਰਵਾਈ ਉਹ ਜ਼ਰੂਰ ਹੋਏਗੀ, ਬਟ ਓਵਰਆਲ ਪੁਲਿਸ ਦਾ ਬਿਹੇਵੀਅਰ ਓਵਰ ਏ ਪੀਰੀਅਡ ਆਫ ਟਾਈਮ, ਹੁਣ ਜਿੱਦਾਂ ਰੀਸੈਂਟ ਰਿਕਰੂਟਮੈਂਟ ਸਾਡੀ ਹੋ ਰਹੀ ਆ, ਉਹਦੇ 'ਚ ਹੋਰ ਪੜ੍ਹੇ ਲਿਖੇ ਜਵਾਨ ਆ ਰਹੇ ਆ, ਦੋਨਾਂ ਦਾ ਇੱਕ ਸੁਮੇਲ ਹੋ ਗਿਆ। ਪੁਰਾਣੇ ਜਿਹੜੇ ਆ ਉਹ ਵੀ ਔਰ ਨਵੇਂ ਵੀ, ਔਰ ਬਿਹੇਵੀਅਰ 'ਚ ਚੇਂਜ ਆਈ ਵੀ ਹੈ ਕਾਫੀ ਜ਼ਿਆਦਾ। ਔਰ ਇਹ ਟ੍ਰਾਂਜੀਸ਼ਨ ਆ, ਇਹ ਚੱਲਦੀ ਰਹੇਗੀ ਹੌਲੀ ਹੌਲੀ ਓਵਰ ਏ ਪੀਰੀਅਡ ਆਫ ਟਾਈਮ ਚੇਂਜ ਆਉਂਦੀ ਰਹਿੰਦੀ ਹੈ, ਬਟ ਪੋਜ਼ਿਟਿਵ ਵੱਲ ਨੂੰ ਜਾ ਰਹੇ ਹਾਂ। ਨਹੀਂ ਬਾਜਵਾ ਜੀ, ਇਦਾਂ ਦਾ ਕੋਈ ਕਾਰਡਰ ਨਹੀਂ। ਜਿਹੜੀ ਸਾਡੀ ਰਿਕਰੂਟਮੈਂਟ ਹੁੰਦੀ ਹੈ ਕਾਂਸਟੇਬਲ ਦੀ, ਉਹ ਡਿਸਟ੍ਰਿਕਟ ਉਹਦਾ ਜਿਹੜਾ ਅਪਾਇੰਟਿੰਗ ਅਥਾਰਟੀ ਹੈ ਜ਼ਿਲ੍ਹੇ ਦਾ SSP ਹੀ ਹੁੰਦੇ ਆ, ਔਰ ਉਹ ਜ਼ਿਲ੍ਹੇ ਵਿੱਚ ਜਿਹੜਾ ਜ਼ਿਲ੍ਹਾ ਅਲਾਟ ਹੁੰਦਾ ਉੱਥੇ ਹੀ ਰਹਿੰਦੇ ਨੇ ਉਸ। ਪਰ ਜਸਟ ਤੁਹਾਡੀ ਨੌਲੇਜ ਵਾਸਤੇ ਦੱਸਦਾ, ਬਾਰਡਰ ਏਰੀਆ ਦੇ ਵਿੱਚ ਪੁਲਿਸ ਦੀ ਸਟਰੈਂਥ ਜ਼ਿਆਦਾ ਹੈ। ਬਲਕਿ ਜਿੱਦਾਂ ਅੰਮ੍ਰਿਤਸਰ ਦਾ ਆਪਾਂ ਲੈ ਲਈਏ, ਚਾਹੇ ਅੰਮ੍ਰਿਤਸਰ ਰੂਰਲ ਹੋਵੇ, ਅੰਮ੍ਰਿਤਸਰ ਹੋਵੇ, ਜਾਂ ਪੂਰੀ ਬਾਰਡਰ ਰੇਂਜ ਜਿਹੜੀ ਆ ਉਹਦੇ ਵਿੱਚ ਐਜ਼ ਕੰਪੇਅਰ ਟੂ ਅਦਰ ਏਰੀਆਜ਼ ਆਫ ਪੰਜਾਬ, ਬਾਰਡਰ ਦੀ ਪੁਲਿਸ ਦੀ ਸਟਰੈਂਥ ਜ਼ਿਆਦਾ ਹੈ। ਉਹਦਾ ਕਿਉਂਕਿ ਉਹਦੀ ਹਿਸਟੋਰੀਕਲ ਬੈਕਗ੍ਰਾਉਂਡ ਆ, ਕਿਉਂਕਿ ਉਹ ਟੈਰਰਿਜ਼ਮ 'ਚ ਜ਼ਿਆਦਾ ਅਫੈਕਟਡ ਰਿਹਾ ਉਹ ਏਰੀਆ, ਉਹਨਾਂ ਏਰੀਆ ਦੇ ਵਿੱਚ ਰਿਕਰੂਟਮੈਂਟ ਵੀ ਜ਼ਿਆਦਾ ਹੋਈ ਹੈ। ਔਰ ਐਟ ਪ੍ਰੈਜ਼ੈਂਟ ਵੀ ਜੇ ਆਪਾਂ ਪੁਲਿਸ ਪਬਲਿਕ ਰੇਸ਼ੋ ਦੇਖੀਏ ਤਾਂ ਬਾਰਡਰ ਏਰੀਆਜ਼ ਦੀ ਜ਼ਿਆਦਾ ਰੇਸ਼ੋ ਆ, ਔਰ ਉੱਥੇ ਜ਼ਰੂਰਤ ਵੀ ਆ। ਇਹ ਨਹੀਂ ਮੈਂ ਕਹਿੰਦਾ ਕਿ ਉਹ ਜ਼ਿਆਦਾ ਹੈ ਤਾਂ ਨਹੀਂ ਜ਼ਰੂਰਤ, ਉੱਥੇ ਜ਼ਰੂਰਤ ਵੀ ਆ। ਸਰ ਨਹੀਂ ਐਗਜ਼ੈਕਟ ਆਈ ਕੈਨੋਟ ਟੈਲ, ਬਟ ਮੈਂ ਦੇ ਸਕਦਾ ਜੇ ਤੁਹਾਨੂੰ ਚਾਹੀਦੀ ਹੈ। ਮਤਲਬ ਮੈਂ ਜਿੱਦਾਂ ਐਗਜ਼ਾਮਪਲ ਦੇ ਦਿੰਦਾ ਤੁਹਾਨੂੰ ਇੱਕ, ਕਿ ਲੁਧਿਆਣਾ ਦੀ ਪੋਪੂਲੇਸ਼ਨ ਜਿਹੜੀ ਆ ਉਹ ਫਲੋਟਿੰਗ ਪੋਪੂਲੇਸ਼ਨ ਪਾ ਕੇ 30 ਲੱਖ ਤੋਂ ਉੱਪਰ ਹੋਏਗੀ। ਲੁਧਿਆਣਾ ਦੀ ਜਿਹੜੀ ਸਟਰੈਂਥ ਆ ਉਹ ਵੀ ਕਰੀਬ 4700 ਦੇ ਆਸ-ਪਾਸ ਆ। ਅੰਮ੍ਰਿਤਸਰ ਦੀ ਜਿਹੜੀ ਸਟਰੈਂਥ ਆ ਉਹ 16 ਲੱਖ ਦੇ ਆਸ-ਪਾਸ ਹੋਏਗੀ। ਅੰਮ੍ਰਿਤਸਰ ਦੀ ਵੀ 4700 ਦੇ ਆਸ-ਪਾਸ ਹੈ। ਸੋ ਤੁਸੀਂ ਉਹ ਤੋਂ ਕੈਲਕੂਲੇਟ ਕਰ ਸਕਦੇ ਆ ਕਿ ਆਲਮੋਸਟ ਜੇ ਆਪਾਂ ਰੇਸ਼ੋ ਦੇਖੀਏ ਤਾਂ ਲੁਧਿਆਣਾ ਅੰਮ੍ਰਿਤਸਰ ਵਿਜ਼ਾ-ਵਿਜ਼ ਜਦੋਂ ਕੰਪੈਰੀਜ਼ਨ ਕਰੀਏ ਤਾਂ ਅੰਮ੍ਰਿਤਸਰ 'ਚ ਆਲਮੋਸਟ ਡਬਲ ਦੀ ਰੇਸ਼ੋ ਹੋਏਗੀ। ਸਰ ਤੁਸੀਂ ਆਪਾਂ ਗੱਲ ਕਰਦੇ ਸਾਡੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਆ ਜੀ। ਪੰਜਾਬੀ ਬੜੇ ਸਿਆਣੇ ਆ, ਜਦੋਂ ਚੰਡੀਗੜ੍ਹ ਆਉਂਦੇ ਆ ਬੈਲਟਾਂ ਵੀ ਲਾ ਲੈਂਦੇ ਆ। ਆਪਾਂ ਟ੍ਰੈਫਿਕ ਦੀ ਗੱਲ ਕਰ ਰਹੇ ਸੀ, ਸਾਰਾ ਕੁਝ ਵਾਇਲੇਸ਼ਨ ਨਹੀਂ ਕਰਦੇ। ਜਦੋਂ ਪੰਜਾਬ 'ਚ ਕਿਉਂ ਕਰਦੇ ਆ, ਇਹਦੇ ਪਿੱਛੇ ਜਿਹੜੀ ਪੁਲਿਸ ਨੇ ਉਹ ਦੇਖਿਆ, ਲੋਕ ਹੀ ਦੱਸ ਸਕਦੇ ਆ ਜੀ। ਇਹ ਤਾਂ ਬਿਹੇਵੀਅਰ ਤਾਂ ਆਪਾਂ ਹੀ ਆਪਣਾ ਚੇਂਜ ਕਰਨਾ ਹੈ। ਮੋਬਾਈਲ ਯੂਜ਼ ਜਿਹੜਾ ਉਸ ਨੂੰ ਕੁਝ ਕਰਨ ਵਾਸਤੇ ਦੇਖੋ ਜਿਹੜਾ ਡਰਾਈਵਿੰਗ ਵੇਲੇ, ਦੇਖੋ ਡਰਾਈਵਿੰਗ ਵੇਲੇ ਜਿੱਦਾਂ ਮੈਂ ਤੁਹਾਨੂੰ ਦੱਸਿਆ ADGP ਸਾਹਿਬ ਉਸ ਤੇ ਕੰਮ ਕਰ ਰਹੇ ਆ ਸਾਡੇ ਆਲਰੇਡੀ। ਸ਼ਰਾਬ ਪੀ ਕੇ ਗੱਡੀ ਚਲਾਉਣਾ, ਮੋਬਾਈਲ ਯੂਜ਼ ਕਰਨਾ, ਓਵਰ ਸਪੀਡਿੰਗ ਕਰਨਾ, ਸਾਰੇ ਐਕਸੀਡੈਂਟ ਦੇ ਕਾਰਨ ਨੇ। ਔਰ ਈਵਨ ਇੱਥੇ ਤੱਕ ਆ ਕਿ ਇੱਥੇ ਤੱਕ ਵੀ ਸਟੱਡੀ ਕੀਤਾ ਜਾ ਰਿਹਾ ਕਿ ਕਿਹੜੇ ਮੁੱਖ ਕਾਰਨ, ਕਿਹੜੀ ਜਗ੍ਹਾ ਤੇ ਕਿਹੜਾ ਮੁੱਖ ਕਾਰਨ ਸੀ। ਕਈ ਥਾਵਾਂ ਤੇ ਸੜਕ ਦੀ ਬੰਤਰ ਵੀ ਹੋ ਸਕਦੀ ਹੈ, ਕਈ ਥਾਵਾਂ ਤੇ ਡਰੰਕਨ ਡਰਾਈਵਿੰਗ ਹੋ ਸਕਦੀ। ਸੋ ਜਿਹੜੇ ਬਲੈਕ ਸਪੌਟਸ ਉਹ ਆਇਡੈਂਟੀਫਾਈ ਕਰ ਰਹੇ ਆ ਨਾ, ਉਹ ਬਲੈਕ ਸਪੌਟਸ ਤੇ ਵੀ ਰੀਜ਼ਨ ਵੀ ਅਸੈਸ ਕੀਤਾ ਜਾਏਗਾ ਕਿ ਕੀ ਉਹਦਾ ਰੀਜ਼ਨ ਹੈ। ਬਟ ਇਹ ਸਾਰੇ ਕਾਰਨ ਨੇ, ਮੋਬਾਈਲ ਯੂਜ਼ ਕਰਨਾ ਬੜਾ ਵੱਡਾ ਕਾਰਨ। ਸੋ ਜਦੋਂ ਆਪਾਂ ਇਹਨੂੰ ਜਿੱਦਾਂ ਹੁਣ ਪਿਛਲੇ ਸਾਲ ਨਾਲੋਂ 2021 ਨਾਲੋਂ ਘਟੇ ਆ, ਉਹਦੇ ਕਈ ਕਾਰਨ ਹੋਣਗੇ। ਈਵਨ ਉਹ ਵੀ ਸਟੱਡੀ ਕਰਨਾ ਹੈ ਅਸੀਂ ਕਿ ਘਟਣ ਦਾ ਵੀ ਕਾਰਨ ਕੀ ਆ, ਤਾਂ ਜੋ ਉਹ ਤੇ ਹੋਰ ਇਫੈਕਟਿਵ ਕੰਮ ਹੋਵੇ।
ਚੰਗੇ ਕੰਮ ਦਾ ਐਨਾਲਿਸਿਸ ਕਰੋ ਤਾਂ ਪਤਾ ਲੱਗਦਾ ਹੋਰ ਚੰਗਾ ਕੀ ਕਰਨ ਦੀ ਜ਼ਰੂਰਤ ਹੈ। ਸਰ ਇਤਨਾ ਜੋ ਸਰ ਤੁਸੀਂ ਸੜਕ ਦੁਰਘਟਨਾਵਾਂ ਦੀ ਗੱਲ ਕੀਤੀ ਹੈ। ਹੋ ਰਿਹਾ ਜਿਹਦੇ ਵਿੱਚ ਪਾਰਟੀ ਵੀਕ ਇਜ਼ ਕਮਿੰਗ law and order violation ਪੰਜਾਬ ਪੁਲਿਸ will provide a free massage session ਇੱਕ ਦਿਨ ਦੋ ਇੱਕ ਰਾਤ 2 ਦਿਨ ਪੁਲਿਸ ਸਟੇਸ਼ਨ ਇਸ ਤਰ੍ਹਾਂ ਦੀ ਪੰਜਾਬ ਪੁਲਿਸ ਦੇ ਬੇਸ ਤੇ ਨਹੀਂ ਆਈ ਥਿੰਕ ਕਿਸੇ ਕੋਈ ਇਹਦਾ ਚੈੱਕ ਕਰਨਾ ਪੈਣਾ ਕੀ ਹੈਗਾ ਅਥੈਂਟਿਸਿਟੀ ਚੈੱਕ ਕਰਨੀ ਪੈਣੀ। ਔਰ ਇੱਕ ਪੁਲਿਸ ਪੰਜਾਬ ਪੁਲਿਸ ਦੇ ਬੇਸ ਤੇ ਗਿੱਲ ਸਾਹਿਬ ਤੁਸੀਂ ਸੜਕ ਦੁਰਘਟਨਾਵਾਂ ਦੀ ਗੱਲ ਕੀਤੀ ਹੈ ਕਿ ਸੜਕ ਦੁਰਘਟਨਾਵਾਂ ਹੋ ਰਹੀਆਂ ਬਹੁਤ ਸਾਰੀਆਂ। ਹੁਣ ਸਰਦੀ ਦਾ ਮੌਸਮ ਆ, ਧੁੰਦ ਪੈ ਰਹੀ ਹੈ ਜੀ। ਬਹੁਤ ਜਗ੍ਹਾ ਦੇਖਣ ਤੇ ਆ ਰਿਹਾ ਹੈ ਕਿ ਤੁਹਾਡੇ ਜਿਹੜੇ ਪੁਲਿਸ ਨੇ ਜਿੱਥੇ ਥਾਣਿਆਂ ਨੇ ਨਾਕੇ ਲਾਏ ਹੋਏ ਹੁੰਦੇ ਆ, ਰਾਤ ਨੂੰ ਜਿਹੜੇ ਬੈਰੀਕੇਡ ਆ ਉੱਥੇ ਹੀ ਛੱਡ ਕੇ ਉਹ ਚਲੇ ਜਾਂਦੇ ਨੇ। ਉਹ ਬਹੁਤ ਐਕਸੀਡੈਂਟ ਦੇ ਕਾਰਨ ਬਣਦੇ ਨੇ ਜੀ। ਨਹੀਂ ਵਧੀਆ ਤੁਹਾਡਾ ਅੱਛਾ ਹੈ ਜੀ ਪੁਆਇੰਟ ਇਹ ਕਨਵੇ ਕਰ ਦਾਂਗੇ ਔਰ ਮੈਂ ਇਨਫੈਕਟ ਅਸੀਂ ਵੀ ਕਰਦੇ ਰਹੇ ਹਾਂ ਕਿ ਰਾਤ ਨੂੰ ਹਟਾ ਲੈ ਜਾਣ ਜਾਂ ਉਸ ਤੇ ਰਿਫਲੈਕਟਰ ਹੋ। ਨਹੀਂ ਸਰ ਇਸ ਤੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਉਹਨਾਂ ਟਰਾਂਸਪੋਰਟੇਸ਼ਨ ਦੀ ਪੁਲਿਸ ਕੋਲ ਕੋਈ ਇੰਤਜ਼ਾਮ ਨਹੀਂ ਹੈ। ਉਹ ਹਮੇਸ਼ਾ ਨਹੀਂ ਉਹਦਾ ਰਮਨ ਜੀ ਉਹਦਾ ਬੜਾ ਵਧੀਆ ਸੋਲੂਸ਼ਨ ਹੈਗਾ ਹੈ ਜਿਹੜਾ ਹੁਣ ਆਪਣੀ ਗੱਲ ਚੋਂ ਕਈ ਵਾਰੀ ਗੱਲ ਨਿਕਲਦੀ ਆ। ਉਹ ਰਿਫਲੈਕਟਰ ਲਗਾਏ ਜਾ ਸਕਦੇ ਆ ਜਿਹੜੇ ਕਿ ਤਾਂ ਜੋ ਦੂਰੋਂ ਦੇਖਣ। ਸੋ ਕਈ ਵਾਰੀ ਕਿਸੇ ਗੱਲ ਚੋਂ ਗੱਲ ਨਿਕਲਦੀ ਹੈ ਨਾ ਜੀ। ਹੁਣ ਇਹਦਾ ਸੋਲੂਸ਼ਨ ਜੇ ਤੁਸੀਂ ਨੋਟਿਸ ਲਿਆਂਦਾ ਇਹਦਾ ਸੋਲੂਸ਼ਨ ਵੀ ਹੈਗਾ ਕਨਵੇ ਕਰਾਂਗੇ ਆਪਾਂ। ਮੇਰੇ ਕੋਲ ਇੰਨਾ ਮੌਜੂਦ ਡਾਟਾ ਨਹੀਂ ਹੈਗਾ ਕਿ ਤੁਹਾਨੂੰ ਜ਼ਿਲ੍ਹਿਆਂ ਤੋਂ ਮਿਲ ਸਕਦਾ। ਨਹੀਂ ਉਹ ਤੇ ਚੱਲ ਰਿਹਾ ਹੈ ਬਟ ਉਹਦੇ ਚ FIR ਐਸ ਸੱਚ ਹੁਣ ਮੇਰੇ ਕੋਲ ਡਾਟਾ ਨਹੀਂ ਹੈ ਕਿ ਉਹਦੇ ਤੇ ਜਿੱਦਾਂ ਆਪਾਂ ਪਹਿਲਾਂ ਬਲਾਈਂਡਲੀ ਨਹੀਂ ਕਰ ਰਹੇ ਵੈਰੀਫਾਈ ਕਰਕੇ ਕਰ ਰਹੇ। ਇੰਨਾ ਸੈਂਟਰਲਾਈਜ਼ ਡਾਟਾ ਵੀ ਮੇਰੇ ਕੋਲ ਹੈਗਾ। ਜੀ ਜੀ ट्रैफिक पुलिस वास्ते ट्रैफिक पुलिस का बहुत जेड़ा विजिबल भी होता है लेकिन वो है नहीं कि ट्रैफिक पुलिस में भी कुछ जाएंगे या नहीं देखो ਜਦੋਂ ਭਰਤੀ ਹੁੰਦੀ ਹੈ ਨਾ ਜੀ ਉਹ ਕੈਡਰ ਸਾਡੇ 5 ਕੈਡਰ ਨੇ ਪੰਜਾਬ ਪੁਲਿਸ ਦੇ। ਇੱਕ ਡਿਸਟ੍ਰਿਕਟ ਪੁਲਿਸ ਹੈ, ਇੱਕ ਆਰਮਡ ਪੁਲਿਸ ਆ, ਇੰਟੈਲੀਜੈਂਸ ਆ, ਟੈਕਨੀਕਲ ਸਰਵਿਸਿਜ਼ ਕੈਡਰ ਆ ਔਰ BOI ਹੈ। ਬਟ ਜਿਹੜੀ ਟ੍ਰੈਫਿਕ ਨੂੰ ਨੌਕਰੀ ਦਿੱਤੀ ਜਾਂਦੀ ਆ ਉਹ ਹਮੇਸ਼ਾ ਇਹਨਾਂ ਦੇ ਵਿੱਚੋਂ ਹੀ ਦਿੱਤੀ ਜਾਂਦੀ ਹੈ। ਬਟ ਤੁਹਾਡੀ ਗੱਲ ਠੀਕ ਹੈ ਕਿ ਕਈ ਵਾਰੀ ਹੁਣ ਜਿੱਦਾਂ ADGP ਸਾਹਿਬ ਇੱਕ ਪ੍ਰਪੋਜ਼ਲ ਬਣਾ ਰਿਹਾ ਕਿ ਉਹ ਐਟਲੀਸਟ ਪ੍ਰੋਜੈਕਟ ਕਰਕੇ ਵੀ ਕੈਨ ਡਿਮਾਂਡ ਫॉर ਮੋਰ ਰਿਕਰੂਟਮੈਂਟ, ਸੈਂਕਸ਼ਨ ਸਟਰੈਂਥ ਵਧਾਈ ਜਾ ਸਕਦੀ ਹੈ। ਜਿੱਦਾਂ ਟ੍ਰੈਫਿਕ ਵਾਲਿਆਂ ਨੂੰ ਉਹ ਹੁਣ ਟ੍ਰੈਫਿਕ ਵਿੰਗ ਬਣਾ ਰਿਹਾ ਪ੍ਰਪੋਜ਼ਲ ਕਿ ਉਹ ਡਿਮਾਂਡ ਕਰਨਗੇ ਕਿ ਸਾਨੂੰ ਇੰਨੇ ਕਨਸਟੇਬਲਸ ਦੀ ਜ਼ਰੂਰਤ ਹੈ। ਸੋ ਹੋਏਗਾ ਉਸੇ ਨੌਕਰੀ ਤੋਂ ਬਟ ਸੈਂਕਸ਼ਨ ਸਟਰੈਂਥ ਇਨਕਰੀਜ਼ ਕਰਕੇ ਰਿਕਰੂਟਮੈਂਟ ਵਧਾਈ ਜਾ ਸਕਦੀ। ਉਸੇ ਤੇ ਮੈਂ ਕਹਿ ਰਿਹਾ ਉਸੇ ਤੇ ਵਰਕ ਕਰ ਰਿਹਾ। ਪ੍ਰਪੋਜ਼ਲ ਅਵੇਟਡ ਆ ਉਹਨਾਂ ਕੋਲੋਂ। ਜਦੋਂ ਆਏਗਾ ਪ੍ਰਪੋਜ਼ਲ ਕਿੰਨੀ ਨੌਕਰੀ ਉਹ ਮੰਗਦੇ ਆ ਉਸ ਤਰੀਕੇ ਨਾਲ ਸਟੇਟ ਗਵਰਨਮੈਂਟ ਨੂੰ ਪ੍ਰੋਜੈਕਟ ਕੀਤਾ ਜਾਏਗਾ ਔਰ ਉਹ ਜਦੋਂ ਵੀ ਆਉਂਦਾ ਤੁਹਾਡੇ ਨਾਲ ਮੈਂ ਮਿਲਣਾ ਹੀ ਆ ਮੰਡੇ ਨੂੰ, ਫਿਰ ਤੁਹਾਨੂੰ ਆਪਾਂ ਉਹ ਸ਼ੇਅਰ ਵੀ ਕਰ ਸਕਦੇ ਹਾਂ। पंजाब पुलिस और चंडीगढ़ ट्रैफिक दोनों की वर्किंग में बहुत अंतर है। अगर पंजाब पुलिस का ट्रैफिक मुलाजिम कराए वो ट्रैफिक में मतलब सिंसियरली वो नहीं कर पाते। मतलब उन्होंने पता नहीं की ट्रेनिंग है वो या तो एक तरफ की ट्रैफिक चलाई जा रहे हैं उन्हें पता ही नहीं है। चंडीगढ़ में तुम देखोगे वो बैलेंस करके चलाएंगे। हाँ ਚਲੋ ਇੱਕ ਜਗ੍ਹਾ ਨੂੰ ਦੂਜੇ ਜਗ੍ਹਾ ਨਾਲ ਕੰਪੈਰੀਜ਼ਨ ਕਰਨਾ ਬੜਾ ਔਖਾ ਕੰਮ ਹੁੰਦਾ ਹੈ। ਇੰਫਰਾਸਟ੍ਰਕਚਰ ਇਸ਼ੂਜ਼ ਵੀ ਹੁੰਦੇ ਆ। ਚੰਡੀਗੜ੍ਹ ਦਾ ਲੋਨ ਖਾਂਦੇ ਨੇ ਇਸ ਕਰਕੇ। ਓਕੇ ਜੀ, ਥੈਂਕ ਯੂ ਵੈਰੀ ਮਚ।